ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਆਏ ਅਨਕ ਜਨਮ ਭਰਮ ਸਰਨੀ ਉਦਰ ਦੇਹ ਅੰਧਕੂਪ ਤੇ ਲਾਵੋ ਆਪਣੇ ਚਰਨੀ। ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਨੀ। ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਨੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਭਰਨੀ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਜੀ। ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਜੀ। ਫੇਰ ਪਏ ਕਿਰਪਨ ਕੋ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਜੀ। ਕਿਰਪਾ ਕੀਜੈ ਜੀ। ਕਿਰਪਾ ਕੀਜੈ ਅਬ ਕਿਛ ਕਿਰਪਾ ਕੀਜੈ ਜੀ। ਕਿਰਪਾ ਕੀਜੈ ਜੀ। ਅਬ ਕਿਛ ਕਿਰਪਾ ਕੀਜੈ। ਕਿਰਪਾ ਕੀਜੈ ਅਬ ਕਿਛ ਕਿਰਪਾ ਕੀਜੈ। ਅਬ ਕਿਛ ਕਿਰਪਾ ਕੀਜੈ ਜੀ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਜੀ। ਹਮ ਭੀਖ ਭਿਖਾਰੀ ਤੇਰੇ
तू निज पत है दाता, हो दयाल नाम देहो मंगत जन को। सदा रहो रंग राता, हाँ बलिहारै जाऊं। साचे तेरे नाम विटहों, करन कारण सबना का एको। अवर न दूजा कोई, बहुते फेर भये किरपन को। अब किस किरपा कीजै, हो दयाल दर्शन देहो अपना। ऐसी बख्श करीजै, भनत नानक भरम पट खूले। गुर प्रसादी जानिया, साची लिव लागी है भीतर। सतगुर स्यों मन मानिया, वाहिगुरु बहुते फेर पए। वाहिगुरु बहुते फेर पए। प्रभ जी अब किछ कृपा कीजै, अब किछ कृपा कीजै। अब किछ कृपा कीजै प्रभ जी, अब किछ कृपा कीजै। प्रभ जी अब किछ कृपा कीजै, अब किछ कृपा कीजै। प्रभ जी अब किछ प्यारे जी बहुते फेर पए। वाहिगुरु बहुते फेर पए। परम सत्कारयोग सतगुरां दी साजी नवाजी गुरु का खास रूप गुरु खालसा साध संग जी दूरों नेड़ों चल के धन 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 गुरु ग्रंथ साहिब महाराज के पावन पवित्र दरबार दीयां हाजरियां भर के ढाडी ਸਿੰਘਾਂ तो कबीशर ਸਿੰਘਾਂ तो गुरु का इतिहास सरवण किया है। उपरंत गुरबाणी का हरि जस कीर्तन सरवण करके अपने जीवन दीयां घड़ियां नूं सफलियां बना रहे हो। समा अपनी रफ्तार नाल चलिया जा रहा है।
ਇਹਦਾ ਸੁਭਾਅ ਹੈ ਚੱਲਦੇ ਰਹਿਣਾ। ਇਹਨੂੰ ਰੋਕਿਆ ਨਹੀਂ ਜਾ ਸਕਦਾ, ਨਾ ਇਹ ਰੁਕਦਾ ਹੁੰਦਾ ਹੈ। ਇਹਦੇ ਤੋਂ ਲਾਹਾ ਲਿਆ ਜਾ ਸਕਦਾ ਜਾਂ ਇਹਨੂੰ ਅਜਾਈਂ ਗਵਾਇਆ ਜਾ ਸਕਦਾ। ਸਮਾਂ ਸਭ ਦਾ ਹੀ ਬਤੀਤ ਹੋ ਰਿਹਾ, ਪਾਪੀਆਂ ਦਾ ਵੀ ਹੋ ਰਿਹਾ, ਪੁੰਨੀਆਂ ਦਾ ਵੀ ਹੋ ਰਿਹਾ। ਚੰਗੇ ਲੋਕਾਂ ਦਾ ਵੀ ਸਮਾਂ ਬਤੀਤ ਹੋ ਰਿਹਾ, ਮਾੜਿਆਂ ਦਾ ਵੀ ਹੋ ਰਿਹਾ। ਬਸ ਫਰਕ ਇੰਨਾ ਹੀ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਇਸ ਸਮੇਂ ਤੋਂ ਲਾਹਾ ਲੈਂਦੇ ਨੇ, ਸਫਲਾ ਕਰਦੇ ਨੇ, ਤੇ ਮਨਮੁਖ ਅਜਾਈਂ ਗਵਾ ਕੇ ਚਲੇ ਜਾਂਦੇ। ਮਨੁੱਖਾ ਜਨਮ ਵੀ ਇੱਕ ਸਮਾਂ ਹੀ ਆਪਾਂ ਨੂੰ ਮਿਲਿਆ। ਪੰਜਵੇਂ ਪਾਤਸ਼ਾਹ ਨੇ ਵਾਰੀ ਲਿਖੀ ਹੈ ਕਿ ਮਨੁੱਖਾ ਜਨਮ ਰੂਪੀ ਇੱਕ ਵਾਰੀ ਤੈਨੂੰ ਮਿਲੀ ਹੈ। ਪਹਿਲਾਂ ਇੱਕ ਖੂਹ ਹੁੰਦਾ ਸੀ ਦੋ ਭਰਾਵਾਂ ਦਾ, ਉਹ ਵਾਰੀ ਨਾਲ ਜੋੜਦੇ ਹੁੰਦੇ ਸੀ। ਇੱਕ ਦਿਨ ਇੱਕ ਜੋੜਦਾ ਹੁੰਦਾ ਸੀ, ਇੱਕ ਦਿਨ ਇੱਕ ਜੋੜਦਾ ਹੁੰਦਾ ਸੀ। ਦੂਜੇ ਦਿਨ ਉਹ 12 ਵਜੇ ਬਲਦ ਲੈ ਕੇ ਖੜ ਜਾਂਦਾ ਸੀ ਰਾਤ ਨੂੰ, ਵੀ ਹੁਣ ਮੇਰੀ ਵਾਰੀ ਹੈ। ਤੇ ਜੇ ਉਹ ਸੁੱਤਾ ਰਹਿ ਜਾਵੇ ਫਿਰ ਦੂਜਾ ਵਾਰੀ ਲੈ ਜਾਂਦਾ ਸੀ ਉਹਦੀ। ਇਸੇ ਤਰ੍ਹਾਂ ਇੱਕ ਮਨੁੱਖਾ ਜਨਮ ਰੂਪੀ ਵਾਰੀ ਆਪਾਂ ਨੂੰ ਮਿਲੀ ਹੈ। ਜੇ ਤਾਂ ਗੁਰੂ ਤੋਂ ਭੁੱਲ ਕੇ ਵਿਸ਼ੇ ਵਿਕਾਰਾਂ ਵਿੱਚ, ਕੰਮਾਂ ਕਾਰਾਂ 'ਚ ਇਹਨੂੰ ਵਿਅਰਥ ਗਵਾ ਲਿਆ, ਫਿਰ ਪਤਾ ਨਹੀਂ ਕਦੋਂ ਮਿਲੇਗੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਸਮਾਂ ਮਿਲਿਆ ਆਪਾਂ ਨੂੰ ਜਿੱਥੇ ਵਿਹਾਰ ਕਾਰ ਕਰਨੇ ਨੇ ਨਿਰਭਾਵ ਵਾਸਤੇ, ਉੱਥੇ ਨਾਲ ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਇਹਨੂੰ ਸਫਲਾ ਵੀ ਕਰਨਾ ਹੈ। ਪਹਿਲਾਂ ਆਪਾਂ ਸੋਚਦੇ ਸੀ ਵੀ 6 ਦੀਵਾਨ ਆਪਾਂ ਨੂੰ ਮਿਲਦੇ ਹੁੰਦੇ ਨੇ ਮਈ 'ਚ। ਉਹ ਸਮਾਂ ਆ ਗਿਆ, ਇੱਕ ਇੱਕ ਕਰਕੇ ਬਤੀਤ ਹੁੰਦਾ ਗਿਆ। ਅੱਜ ਚੌਥਾ ਦੀਵਾਨ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਏਗਾ। 2 ਰਹਿ ਜਾਣਗੇ, ਫਿਰ ਸਾਲ 'ਤੇ ਪੈ ਜਾਏਗੀ ਗੱਲ। ਭਾਵੇਂ ਸਤਿਕਾਰਯੋਗ ਬਾਬਾ ਲਸ਼ਕਰ ਸਿੰਘ ਜੀ ਇੱਥੇ 1 ਤਰੀਕ ਦਾ ਦੀਵਾਨ ਰੱਖਿਆ ਹੋਇਆ, ਅੰਗਰੇਜ਼ੀ ਦੀ 1 ਤਰੀਕ। ਹਰ ਇੱਕ ਮਹੀਨੇ ਇੱਥੇ ਦੀਵਾਨ ਸਜਦਾ ਹੈ। ਜਦੋਂ ਬਾਬਾ ਜੀ ਨੂੰ ਅਸੀਂ ਸਮਾਂ ਦੱਸਿਆ ਦੀਵਾਨਾਂ ਦਾ, ਤਾਂ ਕਹਿੰਦੇ ਫਿਰ 1 ਤਰੀਕ ਦਾ ਤਾਂ ਢੱਕੀਏ ਦੀਵਾਨ ਹੁੰਦਾ ਹੈ, ਤੁਸੀਂ ਉੱਥੇ ਲਾਓਗੇ ਅਸੀਂ ਇੱਥੇ ਲਾਵਾਂਗੇ, ਤੁਸੀਂ 1 ਤਰੀਕ ਤੋਂ ਉੱਥੋਂ ਹੀ ਸ਼ੁਰੂ ਕਰ ਦਿਓ ਫਿਰ। ਸੋ ਇਸ ਕਰਕੇ ਅੱਜ ਚੌਥਾ ਦੀਵਾਨ ਹੈ ਜਿਹੜਾ ਸੰਗਤਾਂ ਦਾ ਪ੍ਰਾਰੰਭ ਹੈ, ਇੱਕ ਇੱਕ ਕਰਕੇ ਬਤੀਤ ਹੁੰਦਾ ਜਾ ਰਿਹਾ। ਪਰਸੋਂ ਨੂੰ 6ਵਾਂ ਵੀ ਸਮਾਪਤ ਹੋ ਜਾਏਗਾ। ਇਹ ਭਾਈ ਵੀਰ ਸਿੰਘ ਜੀ ਕਹਿੰਦੇ ਸਮੇਂ ਦਾ ਸੁਭਾਅ ਹੈ, ਰੁਕਦਾ ਨਹੀਂ ਹੁੰਦਾ ਹੈ। ਬੜੇ ਗੁਰਮੁਖ ਹੋਏ ਨੇ ਭਾਈ ਵੀਰ ਸਿੰਘ, ਬਹੁਤ ਨਾਮ ਰਸੀਏ ਬੰਦਗੀ ਵਾਲੇ ਹੋਏ ਨੇ, ਨਾਲੇ ਵਿਦਵਾਨ ਹੋਏ ਨੇ ਭਾਈ ਵੀਰ ਸਿੰਘ। ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਮਨ ਕਿਵੇਂ ਲੱਗਦਾ ਨਾਮ ਨਾਲ?
ਭਾਈ ਵੀਰ ਸਿੰਘ ਜੀ ਕਹਿੰਦੇ ਜਿਹੜਾ ਜਪਦਾ ਨਾ ਨਾਮ ਉਹਦਾ ਲੱਗਦਾ ਹੀ ਹੈ। ਜੇ ਬਹੁਤਾ ਨਹੀਂ ਲੱਗਦਾ ਥੋੜ੍ਹਾ ਤਾਂ ਜ਼ਰੂਰ ਲੱਗਦਾ। ਉਹ ਜਪਦਾ ਰਹੇ। ਪਹਿਲੀ ਕਹਿੰਦੇ ਬੇਨਤੀ ਤਾਂ ਇਹ ਹੈ। ਕਹਿੰਦੇ ਇਹ ਦੱਸੋ ਕਿ ਬੱਚਾ ਪਾਸ ਹੋਣ ਵਾਸਤੇ ਪੜ੍ਹਦਾ ਕਿ ਪਾਸ ਹੋ ਕੇ ਪੜ੍ਹਦਾ? ਜਿਹੜਾ ਸਾਰਾ ਸਾਲ ਮਿਹਨਤ ਕਰਦਾ ਹੈ ਉਹ ਤਾਂ ਕਰਦਾ ਕਿ ਮੇਰੀ ਪੋਜੀਸ਼ਨ ਚੰਗੀ ਆ ਜਾਏਗੀ। ਕੋਈ ਸਕੂਲ ਪਹਿਲਾਂ ਡਿਗਰੀ ਦੇ ਕੇ ਪੜ੍ਹਾਈ ਸ਼ੁਰੂ ਕਰਦਾ? ਪਹਿਲਾਂ ਪੜ੍ਹਾਈ ਸ਼ੁਰੂ ਹੁੰਦੀ ਹੈ, ਡਿਗਰੀ ਬਾਅਦ 'ਚ ਮਿਲਦੀ। ਕਿਸੇ ਕਿਸਾਨ ਨੇ ਪਹਿਲਾਂ ਬੋਲ ਲਾ ਕੇ ਕਦੇ ਫਸਲ ਬੀਜੀ ਹੈ? ਵੀ ਬੋਲ ਪਹਿਲਾਂ ਲੱਗ ਜਾਏ ਫਸਲ ਫਿਰ ਬੀਜੋ। ਕਹਿੰਦੇ ਫਸਲ ਬੀਜਣੀ ਹੈ ਬੋਲ ਲਾਉਣ ਵਾਸਤੇ। ਮਨ ਕਾਗਰ ਕਰਨ ਵਾਸਤੇ ਤਾਂ ਸਿਮਰਨ ਕਰਨਾ। ਜੇ ਕਾਗਰ ਹੀ ਹੋ ਗਿਆ ਫਿਰ ਤਾਂ ਸਾਧਨਾ ਪੂਰੀ ਹੋ ਗਈ। ਕਹਿੰਦੇ ਇੱਕ ਤਾਂ ਜਪਦਾ ਰਹੇ ਬਿਨਾਂ ਨਾਗੇ, ਇੱਕ ਫਿਰ ਆਪਣਾ ਨਿਯਮ ਨਾ ਛੱਡੇ, ਪ੍ਰੇਮ ਨਾਲ ਜਪੇ, ਬੱਧਾ ਚੱਟੀ ਨਾ ਕਰੇ। ਫਿਰ ਕਹਿੰਦੇ ਜਿਵੇਂ ਆਪਾਂ ਲੱਸੀ ਵਾਲੇ ਭਾਂਡੇ 'ਚ ਪਾਣੀ ਪਾਈ ਜਾਈਏ, ਲੱਸੀ ਬਾਹਰ ਡੁੱਲੀ ਜਾਏਗੀ, ਪਾਣੀ ਪਾਈ ਜਾਵਾਂਗੇ, ਹੌਲੀ ਹੌਲੀ ਲੱਸੀ ਪਤਲੀ ਹੋ ਜਾਏਗੀ। ਫਿਰ ਲੱਸੀ ਦਾ ਵਜੂਦ ਖਤਮ ਹੋ ਜਾਏਗਾ, ਪਾਣੀ ਰਹਿ ਜਾਏਗਾ ਬਸ। ਇਸੇ ਤਰ੍ਹਾਂ ਜਦ ਆਪਾਂ ਸਿਮਰਨ ਕਰਦੇ ਨਾ, ਸਾਡੇ ਅੰਦਰ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸੰਸਕਾਰ ਪਏ ਨੇ, ਉਹ ਬਾਹਰ ਨਿਕਲਦੇ ਨੇ। ਫਿਰ ਆਪਾਂ ਕਹਿੰਦੇ ਨਾ ਮਨ ਫੁਰਨੇ ਕਰਦਾ, ਫੁਰਨੇ ਬਾਹਰ ਨਿਕਲਦੇ ਨੇ ਜਦ ਆਪਾਂ ਸਿਮਰਨ ਕਰਦੇ ਹਾਂ। ਜੇ ਆਪਾਂ ਲੱਗੇ ਰਹਾਂਗੇ ਉਹ ਖਤਮ ਹੋ ਜਾਣਗੇ, ਨਾਮ ਰਹਿ ਜਾਏਗਾ ਬਸ। ਰਹਿਤ ਰਹਿਤ ਰਹਿ ਜਾਏ ਬਿਕਾਰਾ, ਗੁਰ ਪੂਰੇ ਕੇ ਸ਼ਬਦ ਅਪਾਰਾ। ਜਦ ਲੱਗੇ ਰਹਾਂਗੇ, ਸਾਧਨਾ ਕਰਦੇ ਰਹਾਂਗੇ, ਫਿਰ ਉਹ ਵੀ ਦਿਨ ਆਏਗਾ ਜਦ ਨਾਮ ਰਹਿ ਜਾਏਗਾ, ਬਾਕੀ ਸਭ ਖਤਮ ਹੋ ਜਾਏਗਾ। ਭਾਈ ਵੀਰ ਸਿੰਘ ਜੀ ਕਹਿੰਦੇ ਸਮੇਂ ਦੀ ਬਾਬਤ ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕੇਵ ਨ ਰੱਖੀ ਸਕੀ ਰੋ ਕਟਕ ਜੋ ਪਾਈ ਭੰਨੀ, ਤਿੱਖੇ ਇਸ ਦੇ ਬੇਗ ਗਿਆ ਟੱਪ ਬੰਨੀ ਬੰਨੀ। ਓਏ ਅਜੇ ਸਮਾਲੇ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਮੂਲ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਜਿਹੜਾ ਲੰਘ ਗਿਆ ਮੁੜ ਕੇ ਨਹੀਂ ਆਇਆ ਕਦੇ। ਜਿਨ੍ਹਾਂ ਦਾ ਬਚਪਨ ਚਲਿਆ ਗਿਆ ਮੁੜ ਕੇ ਆਇਆ ਨਹੀਂ ਬਚਪਨ ਕਿਸੇ ਤੇ। ਜਿਨ੍ਹਾਂ ਦੀ ਜਵਾਨੀ ਚਲੀ ਗਈ ਮੁੜ ਕੇ ਜਵਾਨੀ ਨਹੀਂ ਆਉਂਦੀ। ਯਤਨ ਤਾਂ ਬੜਾ ਕਰਦੇ ਨੇ, ਹੱਥ ਪੈਰ ਜੇ ਤਾਂ ਬੜੇ ਮਾਰਦੇ ਨੇ ਵੀ ਆ ਜਾਵੇ ਮੁੜ ਕੇ, ਆਈ ਨਹੀਂ ਪਰ ਕਿਸੇ ਦੇ ਉੱਤੇ। ਗੱਲਾਂ ਬੜੀਆਂ ਕਰਦੇ ਨੇ ਫਿਰ ਜਵਾਨੀ ਦੀਆਂ, ਬਹਿ ਕੇ ਇਹਨਾਂ ਤੋਂ ਸੁਣਿਆ ਕਰੋ। ਆ ਜਿਹੜੇ ਖੂੰਡੀਆਂ ਵਾਲੇ ਨੇ ਇਹ ਤਾਂ ਕਰਦੇ ਨੇ ਵੀ ਕੀ ਪਤਾ ਆ ਜਾਵੇ, ਹੁਣ ਨਹੀਂ ਆਉਣੀ ਉਹ। ਅਸੀਂ ਐਂ ਕਰਦੇ ਰਹੇ, ਅਸੀਂ ਉਹ ਕਰਦੇ ਰਹੇ, ਹੁਣ ਦੇਖੋ ਕੀ ਕਰ ਰਹੇ ਹਾਂ ਆਪਾਂ। ਜਿਹੜਾ ਬੀਤ ਗਿਆ ਉਹ ਤਾਂ ਬੀਤ ਗਿਆ, ਚੰਗਾ ਬੀਤ ਗਿਆ, ਮਾੜਾ ਬੀਤ ਗਿਆ। ਇਸ ਕਰਕੇ ਸਾਧ ਸੰਗਤ ਜੀ ਰਹਿਣਾ ਇਹ ਬੜੇਪੇ ਨੇ ਵੀ ਨਹੀਂ ਹੈ। ਬੜੇਪਾ ਵੀ ਦੱਸ ਰਿਹਾ, ਮੈਂ ਵੀ ਜਾ ਰਿਹਾ।
चिट्टे जिहड़े काले वाल सी चिट्टे हो गए, दसदे ने तैयारी कर। जिहड़ी निगाह सी वो कमज़ोर हो गई, दिसन घट लग गया। जिहड़े कन्नां दी सुनन दी शक्ति सी वो भी कमज़ोर हो गई, उच्चा सुनदा हुण इहनूं। जिहड़ा बड़ियां वाटां वांदा हुंदा सी ना, वो हुण पैर थिड़कदे ने, धरदा किते होर है, टिकदे किते होर ने। शरीर दस रिहा भी जा रिहा कल्ला कल्ला अंग। थर हर कंपै बाला जियो, ना जाना के करसी पियो। रैन गई मत दिन पी जाए, भवर गए बग बैठे आए। काचे करवै रहे न पानी, हंस चलिया काया कुमलानी। कुआर कन्या जैसे करत शिगारा, क्यों रलिया मानै बाज पुधारा। काग उडावत भुजा परानी, कहत कबीरे कथा सरानी। कहते जदों मैं देखदा ना बजुर्ग की हालत, फिर मेरे अंदर कंबदा भी आ मेरे ते भी टाइम आएगा। आ जिहड़ा छाला मारदा फिरदा ना, मोढियां तो थुक थुक के तुरदा है, जद देखदा किसी बजुर्ग दे कुब पिया खूंडी नाल तुरदा, थिड़क थिड़क के पैर धरदा, तो भगत कबीर जी कहते मन च फिर भय पैदा हुंदा है। कंपै मेरा बाला जियो, थर हर कंपै। 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 कंपै मेरा कंपै कंपै मेरा। ਇਹ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ, ਬਸ ਉਹ ਜ਼ਿੰਦਗੀ ਦਾ ਸਮਾਂ ਲੇਖੇ ਵਿੱਚ ਹੈ ਜਿਹੜਾ ਉਹਦੀ ਯਾਦ ਵਿੱਚ ਬਤੀਤ ਹੁੰਦਾ। ਜਿਹੜਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਸੇਵਾ ਕਰਦਿਆਂ, ਸੰਗਤ ਕਰਦਿਆਂ, ਚੰਗੇ ਕਰਮ ਕਰਦਿਆਂ ਸਮਾਂ ਜਿਹੜਾ ਬਤੀਤ ਹੁੰਦਾ ਜ਼ਿੰਦਗੀ ਦਾ, ਉਹੀ ਲੇਖੇ 'ਚ ਪੈਂਦਾ। ਬਾਕੀ ਸਮਾਂ ਵੀ ਆਪਾਂ ਸਫਲਾ ਕਰਨਾ, ਸਾਰੀ ਸੰਗਤ ਨੇ ਰਲ ਮਿਲ ਕੇ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਣੀ ਪਿਛਲੇ ਦੀਵਾਨਾਂ ਤੋਂ ਇਹ ਵਿਚਾਰ ਚੱਲ ਰਹੀ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਸੀ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਫਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਜਿਹੜੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਣੀ 'ਚ ਉਪਦੇਸ਼ ਦਿੱਤਾ ਨਾ, ਉਹਨੂੰ ਪਹਿਲਾਂ ਆਪਣੀ ਜ਼ਿੰਦਗੀ 'ਚ ਕਮਾਇਆ। ਵੈਸੇ ਬਾਣੀ ਦਾ ਕੋਈ ਵੀ ਬਚਨ ਗੁਰੂ ਮਹਾਰਾਜ ਨੇ ਆਪਾਂ ਨੂੰ ਕੀਤਾ, ਪਹਿਲਾਂ ਆਪਣੀ ਜ਼ਿੰਦਗੀ 'ਚ ਕਮਾ ਕੇ ਫਿਰ ਉਪਦੇਸ਼ ਕੀਤਾ ਮਹਾਰਾਜ ਨੇ। 9ਵੇਂ ਪਾਤਸ਼ਾਹ ਮਹਾਰਾਜ ਕੋਲ ਇੱਕ ਮਾਤਾ ਬੱਚਾ ਲੈ ਕੇ ਆਈ, ਕਹਿੰਦੇ ਬਾਬਾ ਜੀ ਇਹਦੇ ਫੋੜੇ ਬਹੁਤ ਨਿਕਲਦੇ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਾਤਾ ਕੱਲ੍ਹ ਨੂੰ ਲਿਆਈ ਇਹਨੂੰ। ਕੱਲ੍ਹ ਨੂੰ ਲੈ ਆਈ ਮਾਈ, ਫਿਰ ਬੇਨਤੀ ਕੀਤੀ ਮਹਾਰਾਜ ਦੇ ਫੋੜੇ ਫਿਨਸੀਆਂ ਬਹੁਤ ਨਿਕਲਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਾਕਾ ਗੁੜ ਨਾ ਖਾਇਆ ਕਰ, ਤੇਰੇ ਫੋੜੇ ਹਟ ਜਾਣਗੇ। ਮਾਈ ਕਹਿੰਦੇ ਕੱਲ੍ਹ ਹੀ ਕਹਿ ਦੇਣੀ ਸੀ ਇਹ ਗੱਲ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਾਤਾ ਕੱਲ੍ਹ ਮੈਂ ਆਪ ਖਾਂਦਾ ਸੀ ਗੁੜ, ਕੱਲ੍ਹ ਮੈਂ ਛੱਡ ਕੇ ਤਾਂ ਇਹਨੂੰ ਕਿਹਾ ਵੀ ਗੁੜ ਨਾ ਖਾਇਆ ਕਰ। ਹੁਣ ਸਾਡੀ ਹਾਲਤ ਇਹ ਹੈ, ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਪਰ ਉਹ ਸਾਡੇ 'ਤੇ ਗੱਲਾਂ ਲੱਗਦੀਆਂ ਹੀ ਨਹੀਂ, ਢੁੱਕਦੀਆਂ ਹੀ ਨਹੀਂ ਹੈਗੀਆਂ। ਸਾਡੀ ਹਾਲਤ ਐਸੀ, ਉਪਦੇਸ਼ ਤਾਂ ਬੜਾ ਹੋ ਰਿਹਾ, ਪ੍ਰਚਾਰ ਵੀ ਬੜਾ ਹੋ ਰਿਹਾ, ਉੱਚੀ ਉੱਚੀ ਆਵਾਜ਼ਾਂ ਕੱਢ ਕੱਢ ਕੇ, ਅਸਰ ਕਿਉਂ ਨਹੀਂ ਹੁੰਦਾ? ਅਸਰ ਤਾਂ ਨਹੀਂ ਹੁੰਦਾ, ਉਹਦਾ ਸਾਡੇ 'ਤੇ ਹੀ ਅਸਰ ਨਹੀਂ ਹੈ। ਪਹਿਲਾਂ ਅਵਰ ਉਪਦੇਸੈ ਆਪ ਨਾ ਕਰੈ। ਹੁਣ ਦੱਸ ਰਿਹਾ ਅੰਮ੍ਰਿਤ ਵੇਲੇ ਦਾ ਮਹਾਤਮ, ਕਦੇ ਆਪ ਵੀ ਉੱਠਿਆ ਅੰਮ੍ਰਿਤ ਵੇਲੇ? ਦੂਜਿਆਂ ਨੂੰ ਸਿਮਰਨ ਦਾ ਮਹਾਤਮਾ ਦੱਸ ਰਿਹਾ, ਇਹਨੂੰ ਪੁੱਛੇ ਤੂੰ ਆਪ ਵੀ ਕਰਿਆ ਕਦੇ ਸਿਮਰਨ ਕਰਿਆ? ਦੂਜੇ ਨੂੰ ਬਾਣੀ ਪੜ੍ਹਨ ਦਾ ਮਹਾਤਮਾ ਦੱਸ ਰਿਹਾ, ਕਦੇ ਆਪ ਵੀ ਪੜ੍ਹੀ ਹੈ? ਆਪਾਂ ਪੁੱਛਦੇ ਨਹੀਂ ਨਾ ਵੀ ਤੁਹਾਡਾ ਕੀ ਹੈ ਨਿਤਨੇਮ। ਅਸੀਂ ਤਾਂ ਨਹੀਂ ਪੁੱਛਦੇ ਵੀ ਸਾਡਾ ਤਾਂ ਆਪਣਾ ਨਹੀਂ, ਆਪਾਂ ਪੁੱਛਣਾ ਕੀ ਹੈ? ਜਿਹੜੇ ਪਿੰਡ ਹੀ ਨਹੀਂ ਜਾਣਾ, ਰਾਹ ਕਾਹਨੂੰ ਪੁੱਛਣਾ ਆਪਾਂ ਉਹਦਾ? ਜੇ ਆਪ ਕਰੀਏ ਤਾਂ ਪੁੱਛੀਏ ਵੀ, ਅਸੀਂ ਆਪ ਹੀ ਨਹੀਂ ਕਰਨਾ ਤੇ ਪੁੱਛਣਾ ਕਾਹਤੋਂ ਹੈ? ਫਿਰ ਚੰਗੀ ਗੱਲ ਹੈ, ਨਹੀਂ ਪੁੱਛਦੇ ਤਾਂ ਹੀ ਵਧੀਆ ਚੱਲੀ ਜਾਂਦਾ ਕੰਮ। ਜਿੱਦਣ ਪੁੱਛ ਲਿਆ ਕੰਮ ਉਸ ਦਿਨ ਖਰਾਬ ਹੋਏਗਾ। ਫਿਰ ਗੁਰੂ ਘਰ ਦੇ ਵਿੱਚ ਕਥਨੀ ਪ੍ਰਧਾਨ ਨਹੀਂ ਹੈ, ਕਰਨੀ ਪ੍ਰਧਾਨ। ਜੇ ਕਰਨੀ ਹੈ ਫਿਰ ਤਾਂ ਕਥਨੀ ਵੀ ਲਾਭਦਾਇਕ ਹੈ, ਜੇ ਕਰਨੀ ਨਹੀਂ ਹੈ ਫਿਰ ਕਥਨੀ ਬਦਨੀ ਕਹਿਣ ਕਹਾਵਣ ਵਾਲੀ ਗੱਲ ਹੀ ਹੈ ਬਸ। ਭਾਈ ਗੁਰਦਾਸ ਜੀ ਦਾ ਬਚਨ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਜਿਹੜੀਆਂ ਗਿਆਨ ਭਰਪੂਰ ਨੇ। ਭਾਈ ਸਾਹਿਬ ਕਹਿੰਦੇ ਗਿਆਨ ਦੀਆਂ ਗੱਲਾਂ ਕਰਕੇ ਗਿਆਨ ਪ੍ਰਾਪਤ ਨਹੀਂ ਹੁੰਦਾ ਹੈ। ਜੇ ਕੋਈ ਸਾਰੀ ਜ਼ਿੰਦਗੀ ਗਿਆਨ 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 ਕਰਦਾ ਰਹੇ, ਨਹੀਂ ਗਿਆਨ ਹੋਏਗਾ। ਗਿਆਨ ਕੋਈ ਗੱਲਾਂ ਦਾ ਵਿਸ਼ਾ ਨਹੀਂ ਹੈ, ਜਾਂ ਕਿਤਾਬਾਂ ਪੜ੍ਹ ਕੇ ਗਿਆਨ ਨਹੀਂ ਹੁੰਦਾ। ਇਹ ਤਾਂ ਮਨ ਨੂੰ ਸਮਝਾਉਣ ਵਾਸਤੇ ਪੜ੍ਹਨੀਆਂ ਪੈਂਦੀਆਂ ਨੇ। ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀਐ ਗਿਆਨ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨਾ। ਪੜ੍ਹ ਪੜ੍ਹ ਗੱਡੀ ਲੱਦੀਐ, ਪੜ੍ਹ ਪੜ੍ਹ ਭਰੀਐ ਸਾਥ। ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਸਾਸ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪੜ੍ਹਨਾ ਸਮਝਾਉਣ ਵਾਸਤੇ ਮਨ ਨੂੰ। ਮਹਾਰਾਜ ਕਹਿੰਦੇ ਪੜ੍ਹ ਪੜ੍ਹ ਕੇ ਗ੍ਰੰਥ ਗੱਡੀਆਂ ਲੱਦ ਲੈ ਭਾਵੇਂ, ਪਰ ਇੱਕ ਲੇਖੇ 'ਚ ਗੱਲ ਪੈਣੀ ਹੈ, ਪਰਮਾਤਮਾ ਦਾ ਨਾਮ ਜਪਿਆ।
ਤੇ ਜੇ ਨਹੀਂ ਜਪਿਆ ਫਿਰ ਮਹਾਰਾਜ ਕਹਿੰਦੇ ਝਖਣਾ ਝਾਕ ਹੀ ਹੈ। ਭਾਵੇਂ ਇੱਕ ਭਗਤੀ ਦਾ ਅੰਗ ਹੈ, ਧਾਰਮ ਗ੍ਰੰਥ ਪੜ੍ਹਨੇ ਇੱਕ ਅੰਗ ਹੈ ਭਗਤੀ ਦਾ, ਪਰ ਪੜ੍ਹਨੇ ਮਨ ਸਮਝਾਉਣ ਵਾਸਤੇ, ਉਪਦੇਸ਼ ਸਿੱਖਿਆ ਲੈਣ ਵਾਸਤੇ, ਲੋਕਾਂ ਨੂੰ ਘੇਰ ਘੇਰ ਕੇ ਗੱਲਾਂ ਕਰਨ ਵਾਸਤੇ ਨਹੀਂ ਪੜ੍ਹਨਾ ਹੈ ਵੀ ਘੇਰੀ ਜਾਣਾ ਮੇਰੇ ਨਾਲ ਕਰੋ ਗੱਲ, ਮੈਨੂੰ ਬੜਾ ਗਿਆਨ, ਉਹਦੇ ਵਾਸਤੇ ਨਹੀਂ ਪੜ੍ਹਨਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਖਾਂਡ ਖਾਂਡ ਕਹੈ ਜੀਵਾ ਨਾ ਸਵਾਦ ਮਿੱਠੋ ਆਵੈ। ਸਾਰੀ ਦਿਹਾੜੀ ਖੰਡ ਖੰਡ ਕਹਿੰਦਾ ਰਹੇ, ਮੂੰਹ ਨਹੀਂ ਮਿੱਠਾ ਹੁੰਦਾ ਕਦੇ ਵੀ। ਜਿੰਨਾ ਚਿਰ ਫੱਕਾ ਨਹੀਂ ਨਾ ਮਾਰਦਾ ਖੰਡ ਦਾ, ਮੂੰਹ ਮਿੱਠਾ ਨਹੀਂ ਹੋਏਗਾ। ਖਾਂਡ ਖਾਂਡ ਕਹਿ ਜਿਹਵਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹਿ ਸੀਤ ਨਾ ਬਨਾਸ ਹੈ। ਸਿਆਲ ਦਾ ਮਹੀਨਾ ਕੰਬੀ ਜਾਂਦਾ, ਅੱਗ ਅੱਗ ਕਰੀ ਜਾਏ, ਨਿੱਘ ਆ ਜਾਏਗਾ? ਉਹ ਤਾਂ ਬਾਲ ਕੇ ਸੇਕਣੀ ਪਊਗੀ, ਫਿਰ ਨਿੱਘ ਆਊਗਾ। ਵੈਦ ਵੈਦ ਕਹਿ ਰੋਗ ਨਾ ਮਿਟਤ ਕਾਹੂ ਕੋ ਹੈ। ਬੁਖਾਰ ਚੜ੍ਹਿਆ ਮੰਜੇ 'ਤੇ ਪਿਆ, ਡਾਕਟਰ ਜੀ ਕਰੀ ਜਾਏ, ਉਤਰ ਜਾਏਗਾ ਬੁਖਾਰ? ਨਹੀਂ। ਤੇ ਜੇ ਤਾਂ ਠੀਕ ਠਾਕ ਹੈ ਫਿਰ ਤਾਂ ਜਾ ਕੇ ਡਾਕਟਰ ਕੋਲੋਂ ਦਵਾਈ ਲਿਆਉਣੀ ਪਊਗੀ, ਜਾਂ ਫਿਰ ਲੱਦ ਕੇ ਲਿਜਾਣਾ ਪਏਗਾ। ਹੁਣ ਆਪਣੀ ਹਾਲਤ ਲੱਦ ਕੇ ਲਿਜਾਣ ਵਾਲੀ ਹੈ, ਸੀਰੀਅਸ ਹੈ, ਆਪਣੇ ਮਨ ਦੀ ਹਾਲਤ ਹੈ ਜਿਹੜੀ। ਅੱਗੇ ਸਿੱਖ ਚੱਲ ਕੇ ਗੁਰੂ ਕੋਲ ਪਹੁੰਚ ਜਾਂਦੇ ਸੀ, ਹੁਣ ਤਾਂ ਕੰਧ ਦੇ ਨਾਲ ਹੈ ਗੁਰਦੁਆਰੇ ਦੇ ਘਰ, ਕਹਿੰਦੇ ਇੱਥੇ ਆਵਾਜ਼ ਆਈ ਜਾਂਦੀ ਹੈ, ਹੁਣ ਕੀ ਕਰਨ ਜਾਣਾ। ਸੀਰੀਅਸ ਹਾਲਤ ਹੈ। ਪਹਿਲਾਂ ਇੱਥੇ ਦੀਵਾਨ ਸ਼ੁਰੂ ਹੋਣ ਲੱਗਿਆ, ਜਦੋਂ ਹੋਇਆ ਉਦੋਂ ਟਰਾਲੀਆਂ 'ਤੇ ਸੰਗਤ ਆਉਂਦੀ ਹੁੰਦੀ, ਟਰਾਲੀਆਂ ਭਰ ਭਰ ਕੇ। ਕਹਿੰਦੇ ਹੁਣ ਔਖਾ ਟਰਾਲੀਆਂ 'ਚੋਂ ਤਾਂ ਆਪਣੀ ਆਪਣੀ ਗੱਡੀ 4 ਜੀ ਬਹਿੰਦੇ ਆ ਜਾਂਦੇ। ਗੁਆਂਢੀ ਨੂੰ ਨਹੀਂ ਦੱਸਦੇ ਦੀਵਾਨ 'ਤੇ ਚੱਲਿਆ, ਤੁਸੀਂ ਜਾਣਾ ਕਿਸੇ ਨੇ? ਇੰਨਾ ਅਸੀਂ ਆਪਣਾ ਦਾਇਰਾ ਛੋਟਾ ਕਰ ਲਿਆ, ਬਸ ਪ੍ਰਚਾਰਕਾਂ ਦੇ ਮੋਢੇ 'ਤੇ ਰੱਖ ਰੱਖੀਏ, ਪ੍ਰਚਾਰਕ ਕਰਨਗੇ, ਨਹੀਂ ਆਪਾਂ ਵੀ ਕਰਨਾ ਕੁਛ। ਇੱਕ ਅੱਧੇ ਨੂੰ ਹੱਥ ਜੋੜ ਕੇ ਵੀ ਲੈ ਆਈਏ ਨਾ, ਇਹ ਵੀ ਇੱਕ ਜੋੜਨ ਦਾ ਸਾਧਨ ਹੈ, ਪਰ ਉਹ ਲਿਆਏਗਾ ਜਿਹਦੇ ਅੰਦਰ ਇੱਛਾ ਹੈ। ਇੱਕ ਸਿੱਖ ਨੂੰ ਵੀ ਜੋੜ ਦੇਵੇ ਗੁਰੂ ਦੇ ਨਾਲ ਪ੍ਰੇਰ ਕੇ। ਭਾਈ ਗੁਰਦਾਸ ਕਹਿੰਦੇ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਜਿੰਨਾ ਪੁੰਨ ਉਹਨੂੰ ਲੱਗਦਾ, ਜਿਹੜਾ ਇੱਕ ਸਿੱਖ ਨੂੰ ਗੁਰੂ ਨਾਲ ਜੋੜ ਦੇਗਾ ਉਹਨੂੰ ਓਨਾ ਫਲ ਮਿਲੇਗਾ। ਹੁਣ ਆਪਾਂ ਨੂੰ ਪਤਾ ਆਪਾਂ ਜੋੜਿਆ ਕਿਸੇ ਨੂੰ ਕਿ ਨਹੀਂ। ਸਾਧ ਸੰਗੀ ਜਿਹੜੇ ਸਿੱਖ ਸੀ ਨਾ, ਪੁਰਾਣੇ ਸਿੱਖ, ਉਹ ਘਰਾਂ 'ਚ ਜਾ ਕੇ ਕਹਿੰਦੇ ਵੀ ਚਲੋ ਸਾਡੇ ਨਾਲ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰੋ। ਘਰ ਘਰ ਜਾ ਜਾ ਕੇ, ਤੇ ਉਹ ਸਾਡੇ ਤੋਂ ਗੱਲਾਂ ਚੁਰਾਈਆਂ ਲੋਕਾਂ ਨੇ। ਉਹ ਘਰ ਘਰ ਜਾ ਕੇ ਹੱਥ ਜੋੜਦੇ ਨੇ। ਉਹ ਘਰ ਵਾਲਾ ਕਹਿੰਦਾ ਮੈਨੂੰ ਤਾਂ ਕੰਮ ਹੈ, ਮੈਨੂੰ ਤਾਂ ਵੇਲ ਨਹੀਂ। ਕਹਿੰਦੇ ਦਿਹਾੜੀ 'ਤੇ ਬੰਦਾ ਲਾ ਦਿੰਦੇ ਹਾਂ ਤੁਹਾਡੇ ਘਰ। ਕਹਿੰਦੇ ਮੇਰੇ ਕੋਲ ਸਾਧਨ ਕੋਈ ਨਹੀਂ, ਕਹਿੰਦੇ ਮੈਂ ਕਿਰਾਇਆ ਦਿਆਂਗਾ ਤੇਰਾ, ਚੱਲ ਤਾਂ ਸਹੀ ਮੇਰੇ ਨਾਲ। ਨਿੰਦਿਆ ਕਰਨੀ ਤਾਂ ਸੌਖੀ ਹੈ, ਕਿ ਆਪਣੇ ਵਿੱਚ ਵੀ ਗੁਣ ਹੈ, ਇਹ ਗੱਲ ਨਹੀਂ ਹੈ। ਸਾਡਾ ਹੰਕਾਰ ਸਾਨੂੰ ਘਾਟੇ 'ਚ ਲੈ ਕੇ ਜਾ ਰਿਹਾ। ਅਸੀਂ ਕਾਹਨੂੰ ਹੱਥ ਜੋੜੀਏ, ਜਿਹਨੇ ਜਾਣਾ ਆਪਣੀ ਲੋੜ ਨੂੰ ਜਾਣਾ। ਉਹ ਸਿੱਖਾ ਜੇ ਹੱਥ ਜੋੜਿਆਂ ਵੀ ਕੋਈ ਗੁਰੂ ਨਾਲ ਜੁੜ ਜਾਏ ਤਾਂ ਬੜਾ ਸੌਖਾ ਕੰਮ ਹੈ। ਕਿਸੇ ਨੂੰ ਲਿਆਇਆ ਕਰ ਕਹਿ ਕੇ ਪ੍ਰੇਰ ਕੇ। ਭਾਈ ਗੁਰਦਾਸ ਜੀ ਕਹਿੰਦੇ ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹਿ ਸੀਤ ਨਾ ਬਨਾਸ ਹੈ। ਵੈਦ ਵੈਦ ਕਹਿ ਰੋਗ ਨਾ ਮਿਟਤ ਕਾਹੂ ਕੋ ਹੈ।
ਅਗਨ ਅਗਨ ਕਹਿ ਸੀਤ ਨਾ ਬਨਾਸ ਹੈ। ਚੰਦਨ ਚੰਦਨ ਕਹਿ ਹੋਤ ਨਾ ਸੁਬਾਸ ਬਾਸ। ਜਿੰਨਾ ਮਰਜੀ ਚੰਦਨ ਚੰਦਨ ਕਰਦਾ ਰਹੇ, ਸੁਗੰਧੀ ਥੋੜ੍ਹਾ ਆ ਜਾਏਗੀ ਉਹਨੂੰ। ਚੰਦਨ ਦੇ ਕੋਲ ਜਾ ਕੇ ਆਊਗੀ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ। ਚੰਦਰਮਾ ਚੰਦਰਮਾ ਕਹਿਣੇ ਤੇ ਥੋੜ੍ਹਾ ਪ੍ਰਕਾਸ਼ ਹੋ ਜਾਏਗਾ, ਜਾਂ ਚੜ੍ਹੇਗਾ ਫਿਰ ਹੋਏਗਾ। ਤੈਸੇ ਗਿਆਨ ਗੋਸ਼ਟ ਕਹਿਤ ਨ ਰਹਿਤ ਪਾਵੈ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ, ਨਾ ਕਿ ਇਕੱਲੀ ਕਥਨੀ। ਤੇ ਜੇ ਆਪ ਕਰਨੀ ਕਰਦਾ ਫਿਰ ਕਥਨੀ ਕਰਦਾ, ਫਿਰ ਉਹਨੂੰ ਆਪ ਨੂੰ ਵੀ ਆਨੰਦ ਆਉਂਦਾ ਹੈ ਤੇ ਦੂਜੇ 'ਤੇ ਵੀ ਜ਼ਰੂਰ ਅਸਰ ਹੁੰਦਾ ਹੈ। ਗਿਆਨ ਗੱਲਾਂ ਦੇ ਨਾਲ ਨਾ ਹੋਵੇ, ਬਾਝ ਕਮਾਈਆਂ ਦੇ। ਗਿਆਨ ਗੱਲਾਂ ਦੇ ਨਾਲ ਨਾ, ਬਾਝ ਕਮਾਈਆਂ ਦੇ। ਉਹ ਬਾਝ ਕਮਾਈਆਂ ਦੇ। ਗਿਆਨ ਗੱਲਾਂ ਦੇ ਨਾਲ ਨਾ ਹੋਵੇ, ਨਾਲ ਨਾ, ਬਾਝ ਕਮਾਈਆਂ ਦੇ। ਗਿਆਨ ਗੱਲਾਂ ਦੇ ਨਾਲ ਨਾ ਵੀ ਹੋਵੇ, ਬਾਝ ਕਮਾਈਆਂ ਦੇ। ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ। ਜਿਹੜਾ ਕਹਿਣਾ ਉਹਨੂੰ ਆਪਣੇ ਜੀਵਨ 'ਚ ਕਮਾਉਣਾ, ਫਿਰ ਅਸਰ ਹੋਏਗਾ ਉਹਦਾ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਦੇ ਵਿੱਚ ਸੇਵਾ 'ਚ ਤਤਪਰ ਨੇ। ਜਿਹੜਾ ਬਚਨ ਉਹਨਾਂ ਨੇ ਬਾਣੀ 'ਚ ਆਖਿਆ, ਆਪ ਕਮਾਇਆ ਪਹਿਲਾਂ। ਆਸਾ ਜੀ ਦੀ ਵਾਰ ਦਾ 22ਵਾਂ ਸ਼ਲੋਕ ਹੈ, ਜਿਹੜਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਿਆ ਹੋਇਆ। ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ। ਨਾਲੇ ਸੇਵਾ ਕਰਦਾ, ਨਾਲੇ ਹੰਕਾਰ ਕਰਦਾ। ਦਵਾਈ ਤਾਂ ਖਾਣੀ ਸੀ ਬੁਖਾਰ ਹਟਾਉਣ ਵਾਸਤੇ, ਪਰ ਦਵਾਈ ਰਿਐਕਸ਼ਨ ਕਰ ਗਈ। ਬੁਖਾਰ ਵਾਸਤੇ ਲਈ ਸੀ ਦਵਾਈ, ਪਰ ਦਵਾਈ ਰਿਐਕਸ਼ਨ ਕਰ ਗਈ, ਇੱਕ ਬਿਮਾਰੀ ਹੋਰ ਬਣ ਗਈ। ਹੰਕਾਰ ਦੂਰ ਕਰਨ ਵਾਸਤੇ ਸੇਵਾ ਕਰਨੀ ਹੈ, ਕਿਉਂਕਿ ਜੀਵ ਦੇ ਬ੍ਰਹਮ ਦੇ ਵਿਚਾਲੇ ਜਿਹੜੀ ਕੰਧ ਬਣ ਕੇ ਖੜੀ ਉਹ ਹੈ ਹੰਕਾਰ। ਹਾਂ ਹਾਂ ਭੀਤ ਭਈ ਹੈ ਬੀਚੋ ਸੁਣਤ ਦੇਸ ਨਕਟਾਇਓ। ਕਹਿੰਦੇ ਸੁਣਦਿਆਂ ਵੀ ਰੱਬ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਸਾਡੇ ਹੱਥ ਪੈਰ ਦੂਰ ਨੇ ਤੇ ਰੱਬ ਇਹਨਾਂ ਤੋਂ ਵੀ ਨੇੜੇ, ਪਰ ਪ੍ਰਾਪਤੀ ਨਹੀਂ ਹੁੰਦੀ, ਮਿਲਾਪ ਨਹੀਂ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹੰਕਾਰ ਦੀ ਹਉਮੈ ਦੀ ਕੰਧ ਵਿੱਚ ਉਸਰੀ ਹੋਈ ਹੈ।
ਜਿਹੜੀ ਮਿਲ ਨਹੀਂ ਦਿੰਦੀ। ਸਥੂਲ ਕੰਧ ਵਰਗੀ ਹੈ ਤੇ ਸੂਖਮ ਭੰਬੀਰੀ ਦੇ ਖੰਭ ਵਰਗੀ ਹੈ। ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਸੂਖਮ ਇੰਨੀ ਹੈ। ਸੋ ਸਾਧ ਸੰਗਤ ਜੀ, ਇਹ ਜਿੰਨੀ ਆਪਾਂ ਬਰਤਨ ਮਾਂਜਦੇ ਹਾਂ ਆ ਕੇ ਸੰਗਤ ਦੇ, ਝਾੜੂ ਮਾਰਦੇ ਹਾਂ, ਇੱਥੇ ਲੰਗਰ ਪਕਾਉਂਦੇ ਹਾਂ, ਵਰਤਾਉਂਦੇ ਹਾਂ, ਇਹ ਸਾਰੀ ਦਾ ਭਾਵ ਹੈ ਮਨ 'ਚੋਂ ਹੰਕਾਰ ਦੂਰ ਹੋ ਜਾਏ, ਸ਼ੁੱਧ ਹੋ ਜਾਏ ਮਨ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨਾਲੇ ਤੂੰ ਸੇਵਾ ਕਰਦਾ ਨਾਲੇ ਹੰਕਾਰ ਕਰਦਾ। ਵੀ ਜੇ ਮੈਂ ਇੱਥੇ ਸੇਵਾ ਨਾ ਕਰਾਂ ਫਿਰ ਕਿਹਨੇ ਕਰਨੀ ਹੈ? ਤੈਨੂੰ ਭੁਲੇਖਾ ਹੈ ਤਾਂ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਦਾ ਥੜਾ, ਇੱਕ ਗਿਆ ਦੂਜਾ ਖੜਾ। ਇਹ ਤਾਂ ਇੱਕ ਜਾਂਦਾ, ਦੂਜਾ ਉਹਦੇ ਥਾਂ 'ਤੇ ਕਮਰ ਕੱਸਾ ਕਰਕੇ ਜਦੀ ਤਿਆਰ ਹੁੰਦਾ ਵੀ ਮੈਨੂੰ ਦੱਸੋ ਕਿਹੜੀ ਸੇਵਾ ਕਰਨੀ ਹੈ। ਇਹ ਤਾਂ ਅਸੀਂ ਜਨਮ ਸਫਲਾ ਕਰਨਾ ਹੈ ਆਪਣਾ ਸੇਵਾ ਕਰਕੇ। ਗੁਰੂ ਨੂੰ ਸੇਵਕਾਂ ਦਾ ਨਹੀਂ ਘੱਟ ਹੈ, ਸੇਵਕ ਨੂੰ ਗੁਰੂ ਦਾ ਘੱਟ ਹੈ। ਮਹਾਰਾਜ ਕਹਿੰਦੇ ਫਿਰ ਕਿਹੜੀ ਸੇਵਾ ਮਹਾਰਾਜ ਲੇਖੇ 'ਚ ਪੈਂਦੀ ਹੈ? ਸਾਹਿਬ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ। ਆਪਣਾ ਆਪ ਗਵਾ ਕੇ ਸੇਵਾ ਕਰੇ। ਹੁਣ ਮੰਨੇ ਪਰਮੰਨੇ ਅਮੀਰ ਨੇ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਕ ਬਣ ਕੇ ਸੇਵਾ ਕਰ ਰਹੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਣਾ ਆਪ ਛੱਡ ਕੇ ਉਹਦੀ ਕੂਸਤਤ ਕਰੀ ਜਾਏ, ਕੋਈ ਨਿੰਦਿਆ ਕਰੀ ਜਾਏ ਉਹਦੀ, ਉਹਨੂੰ ਕੋਈ ਚੰਗਾ ਆਖੇ ਚਾਹੇ ਮਾੜਾ ਆਖੇ, ਉਹਨੂੰ ਘਾਟਾ ਹੋਵੇ ਜਾਂ ਫਾਇਦਾ ਹੋਵੇ, ਇੱਧਰ ਨਾ ਦੇਖੇ ਸਾਧ ਸੰਗਤ ਜੀ। ਸੇਵਾ ਕਰਦਾ ਰਹੇ, ਫਿਰ ਗੁਰੂ ਰੱਬ ਦੇ ਘਰ ਵਿੱਚ ਉਹਨੂੰ ਸਤਿਕਾਰ ਮਾਨ ਪ੍ਰਾਪਤ ਹੁੰਦਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਚਨ ਹੈ, ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈਂਦਾ। ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈਂਦਾ। ਤਾਂ ਕਿਛ ਮਾਨ ਪਾਈਂਦਾ, ਮਾਨ ਪਾਈਂਦਾ, ਮਾਨ ਪਾਈਂਦਾ, ਮਾਨ ਪਾਈਂਦਾ। ਗੱਜ ਕੇ ਤਾਂ ਕਿਛ ਮਾਨ ਪਾਈਂਦਾ, ਮਾਨ ਪਾਈ, ਮਾਨ ਪਾਈਂਦਾ, ਮਾਨ ਪਾਈਂਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈਂਦਾ।
ਉਹਨਾਂ ਨੇ ਆਪ ਗਵਾ ਕੇ ਸੇਵਾ ਕੀਤੀ, ਆਪਣਾ ਆਪ ਗਵਾ ਕੇ। ਜਦ ਗੁਰੂ ਦੀ ਸ਼ਰਨ ਪ੍ਰਾਪਤ ਹੋਈ, ਗਿਆਨ ਪ੍ਰਾਪਤ ਹੋਇਆ, ਉਹਨਾਂ ਨੇ ਫਿਰ ਲਕਾਈ ਨੂੰ ਉਪਦੇਸ਼ ਕੀਤਾ, ਦੁਨੀਆ ਦੇ ਲੋਕੋ, ਧਰਤੀ 'ਤੇ ਇੰਨਾ ਪ੍ਰਕਾਸ਼ ਹੋ ਜਾਏ, 100 ਚੰਦਰਮਾ ਤੇ 1000 ਸੂਰਜ ਇਕੱਠਾ ਚੜ੍ਹ ਜਾਏ ਧਰਤੀ ਦੇ ਉੱਤੇ, ਇੰਨਾ ਬਾਹਰ ਪ੍ਰਕਾਸ਼ ਹੋ ਜਾਏ, ਪਰ ਜਿਹੜਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਗੁਰੂ ਤੋਂ ਬਿਨਾਂ ਦੂਰ ਨਹੀਂ ਹੋਏਗਾ। ਇਹ ਗੁਰੂ ਅੰਗਦ ਦੇਵ ਜੀ ਦੀ ਬਚਨ ਹੈ ਨਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹੁਣ ਆਪਾਂ ਗਵਾ ਕੇ ਸੇਵਾ ਕਰ ਰਹੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਵਿੱਚ। ਬਾਣੀ 'ਚ ਮਹਰ ਦਾ ਬਚਨ ਹੈ, 20 ਬਿਸਵੇ ਗੁਰੂ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਆਪਾਂ 100% ਕਹਿੰਦੇ ਹਾਂ, ਮਹਰ ਨੇ 20 ਬਿਸਵੇ ਆਖਿਆ। 100% ਹੁਕਮ ਮੰਨੇ ਸਿੱਖ ਗੁਰੂ ਦਾ, ਭਾਈ ਲਹਿਣਾ ਜੀ ਨੇ ਮੰਨਿਆ। ਬੜੇ ਪਰਚੇ ਪਏ ਉਹਨਾਂ ਉੱਤੇ, ਬੜੀਆਂ ਕਸਵੱਟੀਆਂ ਲੱਗੀਆਂ। ਹੋਰ ਵੀ ਸਿੱਖ ਸੀ ਨਾ ਬੜੇ ਸੇਵਾ ਕਰਨ ਵਾਲੇ। ਅੱਧੀ ਰਾਤ ਦਾ ਸਮਾਂ, ਧਰਮਸ਼ਾਲਾ 'ਚ ਮਹਾਰਾਜ ਸ੍ਰੀ ਚੰਦ ਲਖਮੀ ਦਾਸ ਵੀ ਪਏ ਨੇ, ਹੋਰ ਸੇਵਕ ਵੀ ਪਏ ਨੇ। ਲਖਮੀ ਦਾਸ ਸ੍ਰੀ ਚੰਦ ਸਾਡੇ ਬਸਤਰ ਧੋਣ ਵਾਲੇ ਨੇ, ਜਾਓ ਬਸਤਰ ਧੋ ਲਿਆ। ਅੱਧੀ ਰਾਤ ਮਹਾਰਾਜ ਦਿਨ ਚੜ੍ਹੇਗਾ, ਕਿਸੇ ਸਿੱਖ ਸੇਵਕ ਨੂੰ ਕਹਿ ਦਾਂਗੇ ਧੋ ਲਿਆਉਣਗੇ ਬਸਤਰ। ਰਾਤ ਅੱਧੀ ਆ ਜੇ ਤਾਂ, ਜੇ ਕਸਵੱਟੀ ਦਾ ਪਤਾ ਲੱਗ ਜਾ ਨਾ ਵੀ ਕਸਵੱਟੀ ਲੱਗ ਰਹੀ ਹੈ ਮੇਰੇ ਉੱਤੇ, ਫਿਰ ਤੇ ਔਖੇ ਸੌਖੇ ਸਾਰੀ ਪਾਸ ਹੋ ਜਾਂਦੇ ਨੇ। ਪਤਾ ਨਹੀਂ ਹੁੰਦਾ ਉਸ ਵੇਲੇ ਕਸਵੱਟੀ ਕਹਿੰਦੇ ਕਿਹਨੂੰ ਨੇ। ਇੱਕ ਪੜ੍ਹਨੀ ਕਸਵੱਟੀ, ਇੱਕ ਸੁਣਾਉਣੀ, ਅਤੇ ਇੱਕ ਪਿੰਡੇ 'ਤੇ ਹੰਡਾਉਣੀ, ਇਹਦੇ 'ਚ ਫਰਕ ਹੁੰਦਾ। ਉਹਨੂੰ ਪਤਾ ਹੁੰਦਾ ਕਸਵੱਟੀ ਕੀ ਹੁੰਦੀ ਹੈ। ਜਿਵੇਂ ਸੁਨਿਆਰਾ ਗੁਠਾਲੀ ਦੇ ਵਿੱਚ ਪਾ ਕੇ ਨਾ ਸੋਨਾ, ਸੁਹਾਗਾ ਪਾ ਕੇ ਬੰਦ ਕਰਕੇ ਭੱਠੀ 'ਚ ਧਰਦਾ, ਫਿਰ ਉਹਦਾ ਪਾਣੀ ਬਣ ਜਾਂਦਾ। ਫਿਰ ਇੰਨਾ ਤੇਜ਼ ਘੁੰਮਦਾ ਗਠਾਲੀ 'ਚ, ਖੋਟ ਥੱਲੇ ਬਹਿ ਜਾਂਦੀ, ਉੱਪਰ 12 ਵੰਨੀ ਦਾ ਆ ਜਾਂਦਾ। ਇਸੇ ਤਰ੍ਹਾਂ ਮਨ ਇੱਕ ਵਾਰੀ ਪਾਣੀ ਵਰਗਾ ਬਣ ਜਾਂਦਾ ਕਸਵੱਟੀ ਦੇ ਟਾਈਮ 'ਚ। ਕਹਿਣਾ ਬੜਾ ਸੌਖਾ ਸਾਧ ਸੰਗਤ ਜੀ। ਜਿਵੇਂ ਬਜ਼ੁਰਗ ਕਹਿੰਦੇ ਨਾ, ਸੂਈ ਦੇ ਨੱਕੇ ਥਾਣੀ ਕੱਢ ਦਿੰਦੇ ਨੇ, ਉਹ ਉੱਥੇ ਹੰਕਾਰ ਨੂੰ ਜਾਂ ਹਉਮੈ ਨੂੰ ਥਾਂ ਹੀ ਨਹੀਂ ਰਹਿ ਜਾਂਦਾ। ਚੰਗਾ ਜਿਹੜਾ ਸੇਵਾ ਕਰਦਾ ਨਾ ਕਰਨ ਵਾਲਿਆਂ ਨਾਲੋਂ। ਪਰ ਸਾਧ ਸੰਗਤ ਜੀ ਜਦੋਂ ਟਾਈਮ ਆਉਂਦਾ ਨਾ, ਭਗਤ ਕਬੀਰ ਜੀ ਕਹਿੰਦੇ ਸਭ ਝੜ ਜਾਂਦੇ ਨੇ। ਜਿਹੜੇ ਜ਼ਿਆਦੀਆਂ ਗੱਲਾਂ ਮਾਰਦੇ ਨੇ, ਪਹਿਲਾਂ ਹੀ ਪਾਸਾ ਵੜ ਜਾਂਦੇ ਨੇ। ਉਹ ਕੋਈ ਠਹਿਰਦਾ ਹੁੰਦਾ। ਸਾਰੇ 10 ਗੁਰੂਆਂ ਨੇ ਕਸਵੱਟੀਆਂ ਲਾਈਆਂ, ਪੁੱਤਰਾਂ ਨੂੰ ਵੀ ਲਾਈਆਂ, ਸੇਵਕਾਂ ਨੂੰ ਵੀ ਲਾਈਆਂ। ਪਰਖ ਕੇ ਵਸਤੂ ਦਿੱਤੀ, ਐਵੇਂ ਨਹੀਂ ਗੱਲਾਂ ਨਾਲ ਹੀ ਲੈ ਗਿਆ ਕੋਈ ਚਲਾਕੀ ਨਾਲ। ਇਹ ਫਿਰ ਜਿਹਦੇ 'ਤੇ ਬਣੀ ਹੁੰਦੀ ਉਹਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ ਬਈ। ਜਿਸ ਤਨ ਲੱਗੀਆਂ ਉਹ ਕਿਸੇ ਦੀ ਲੱਗੀ ਕੌਣ ਜਾਣਦਾ।
ਤਨ ਲੱਗੀਆਂ ਸੋਈ ਧਨ ਜਾਣੇ। ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ। ਪੀਰ ਬ੍ਰਹਮ ਕੀ, ਜਿਹਨੂੰ ਤੜਫ ਲੱਗੀ ਹੋਵੇ ਉਹਨੂੰ ਪਤਾ ਹੁੰਦਾ। ਸਾਧ ਸੰਗਤ ਜੀ, ਸੁਣਾਉਣੀ ਬਹੁਤ ਸੌਖੀ ਹੈ ਕਸਵੱਟੀ, ਪਰ ਪਿੰਡੇ ਤੇ ਹੰਡਾਉਣੀ ਬੜੀ ਔਖੀ ਹੈ। ਪਰ ਸਾਧ ਸੰਗਤ ਜੀ, ਜਿਵੇਂ ਘੁਮਾਰ ਭਾਂਡਾ ਕੱਢਦਾ ਨਾ ਮਿੱਟੀ ਦਾ, ਚੱਕ ਤੇ ਘੁਮਾਉਂਦਾ ਪਰ ਥੱਲੇ ਹੱਥ ਲਾ ਕੇ ਰੱਖਦਾ, ਕਸਵੱਟੀ ਲਾਉਂਦਾ ਹੀ ਗੁਰੂ ਉਹਦੇ ਉੱਤੇ ਹੈ ਜਿਹਨੂੰ ਘੜਨਾ ਹੁੰਦਾ। ਦੂਜਿਆਂ ਨੂੰ ਤਾਂ ਸਗੋਂ ਪਲੋਸ ਪਲੋਸ ਕੇ ਰੱਖਦਾ। ਬੜੇ ਬਚਨ ਕੀਤੇ ਸਾਨੂੰ ਜੀ ਮਹਾਂਪੁਰਸ਼ਾਂ ਨੇ, ਜਿੱਥੋਂ ਮਰਜ਼ੀ ਸੁਣੋ, ਸਾਨੂੰ ਬੜੇ ਬਚਨ ਕੀਤੇ। ਉਹ ਤਾਂ ਸਾਰੀ ਜ਼ਿੰਦਗੀ ਬਚਨ ਕਰਦੇ ਨੇ, ਆਪਾਂ ਦੇਖਣਾ ਅਸੀਂ ਕਮਾਇਆ ਕਿਹੜਾ ਬਚਨ ਹੈ ਉਹਨਾਂ ਦਾ। ਸਾਡੀ ਜ਼ਿੰਦਗੀ 'ਚ ਕਿਹੜਾ ਬਚਨ ਆਇਆ, ਅਸੀਂ ਕਮਾਇਆ ਕੀ ਹੈ? ਉਹ ਤਾਂ ਕਰਦੇ ਹੀ ਬਚਨ ਨੇ। ਪਰ ਇਹ ਸਾਰੇ ਕਹਿੰਦੇ ਨੇ ਬਚਨ ਕੀਤੇ ਨੇ, ਪਰ ਸਾਧ ਸੰਗਤ ਜੀ ਜਦੋਂ ਖੁੰਡਾ ਚੱਕਦੇ ਸੀ ਉਹ ਨਹੀਂ ਦੱਸਦੇ ਵੀ ਕਿੰਨੀ ਕੁ ਵਾਰੀ ਪਈਆਂ ਸਾਨੂੰ, ਉਹ ਨਹੀਂ ਦੱਸਾਂਗੇ ਆਪਾਂ ਕਦੇ ਵੀ। ਉਹ ਟਾਈਮ ਦੇ ਵਿੱਚ ਫਿਰ ਜਿਹੜੇ ਮਰ ਜੀਵੜੇ ਹੁੰਦੇ, ਜਿਨ੍ਹਾਂ ਨੇ 100% ਗੁਰੂ 'ਤੇ ਵਿਸ਼ਵਾਸ ਹੁੰਦਾ, ਉਹ ਠਹਿਰਦੇ ਨੇ, ਬਾਕੀ ਕਿਨਾਰਾ ਕਰ ਜਾਂਦੇ ਹੁੰਦੇ। ਬਸਤਰ ਧੋ ਲਿਆਓ ਲਖਮੀ ਦਾਸ ਸ੍ਰੀ ਚੰਦ, ਸਾਡੇ ਬਸਤਰ ਧੋਣ ਵਾਲੇ ਨੇ। ਦਿਨ ਚੜ੍ਹੇਗਾ ਮਹਾਰਾਜ ਸਿੱਖ ਸੇਵਕ ਧੋ ਲੈਣਗੇ, ਅੱਧੀ ਰਾਤ ਹੈ। ਲੈਣੇ ਨੂੰ ਕਹਿੰਦੇ ਪੁਰਖਾ ਬਸਤਰ ਧੋਣ ਵਾਲੇ ਨੇ ਸਾਡੇ, ਇਸ ਤੋਂ ਅੱਗੇ ਕੁਛ ਨਹੀਂ ਆਖਿਆ ਮਹਾਰਾਜ ਨੇ। ਭਾਈ ਲੈਣਾ ਲੈ ਕੇ ਬਸਤਰ ਰਾਵੀ 'ਤੇ ਚਲਾ ਗਿਆ ਅੱਧੀ ਰਾਤ ਦੇ ਟਾਈਮ। ਉਲਟਾ ਕੰਮ ਹੈ ਨਾ। ਆਪਾਂ ਵੀ ਇਹੀ ਗੱਲ ਕਰਾਂਗੇ, ਮਹਾਰਾਜ ਦਿਨੇ ਧੋ ਲਾਂਗੇ, ਰਾਤ ਨੂੰ ਬਸਤਰ ਧੋਣ ਦੀ ਕੀ ਲੋੜ। ਤਾਂ ਹੀ ਮਰੇਗੀ ਨਾ ਮਨ ਦੀ ਮੱਤ, ਜਦ ਗੁਰੂ ਦਾ ਹੁਕਮ ਮੰਨੇਗਾ। ਆਪਾਂ ਵਿੱਚ ਹੀ ਦੁੱਧ ਲੱਸੀ ਜੀ ਇਕੱਠੀ ਕਰੀ ਫਿਰੀ ਜਾਂਦੇ ਹਾਂ, ਉੱਤੇ ਗੁਰੂ ਦਾ ਹੁਕਮ ਹੀ ਅੰਦਰ ਮਨ ਦੀ ਮਰਜ਼ੀ ਵੀ ਕਰੀ ਜਾਂਦੇ। ਅੱਜ ਉੱਠੇ ਨਹੀਂ ਜੀ, ਉੱਠੇ ਨਹੀਂ ਗਏ, ਮਨ ਨਹੀਂ ਮੰਨੇ, ਨਿਤਨੇਮ ਨਹੀਂ ਕਰਿਆ, ਬਸ ਮਨ ਮੰਨਿਆ ਹੀ ਨਹੀਂ ਹੈ। ਅਤੇ ਸਿੱਖ ਕਾਹਤੋਂ ਬਣਿਆ ਫਿਰਦਾ ਮਨ ਦੀਆਂ ਗੱਲਾਂ ਕਰਨੀਆਂ? ਤੂੰ ਤਾਂ ਮਨਮੁੱਖ ਹੈ, ਫਿਰ ਤੂੰ ਤਾਂ ਮਨ ਨੂੰ ਮੁੱਖ ਰੱਖ ਕੇ ਗੱਲਾਂ ਕਰ ਰਿਹਾ। ਤੂੰ ਲਿਬਾਸ ਗੁਰਮੁਖਾਂ ਵਾਲਾ ਬਣਾਈ ਫਿਰਦਾ। ਗੁਰੂ ਦੇ ਸਿੱਖ ਦਾ ਕੰਮ ਕੀ ਮਨ ਦੀਆਂ ਗੱਲਾਂ ਕਰੇ? ਸਿਰ ਜਿਹਾ ਪੀੜ ਕਰਦਾ ਸੀ, ਮੈਂ ਤਾਂ ਗੁਰਦੁਆਰੇ ਹੀ ਨਹੀਂ ਗਿਆ। ਸਿਰ ਫਟਦਾ ਜਾਏ ਫਟੀ ਜਾਏ, ਤੂੰ ਤਾਂ ਗੁਰੂ ਦਾ ਸਿੱਖ ਹੈ। ਤੂੰ ਸਿਰ ਵੱਲ ਦੇਖਦਾ, ਜਿਨ੍ਹਾਂ ਨੇ ਕਮਾਈ ਉਹ ਨਹੀਂ ਦੇਖਦੇ। ਸਾਧ ਸੰਗਤ ਜੀ, ਫਿਰ ਭਾਈ ਲਹਿਣਾ ਜੀ ਗਏ ਜਾ ਕੇ ਬਸਤਰ ਧੋ ਕੇ ਰਾਵੀ 'ਤੇ ਸੁਕਾ ਕੇ ਤਹਿ ਲਿਆ ਕੇ ਮਾਰਨ ਦੇ ਦਿੱਤੇ। ਬਾਰਿਸ਼ ਪੈ ਰਹੀ ਸੀ, ਝੜੀ ਲੱਗ ਗਈ, ਕੱਚੀਆਂ ਕੰਧਾਂ ਡਿੱਗ ਜਾਂਦੀਆਂ ਹੁੰਦੀਆਂ ਸੀ, ਕੱਚੇ ਮਕਾਨ, ਕੱਚੀਆਂ ਛੱਤਾਂ, ਮੀਂਹ ਪੈ ਪੈ ਕੇ ਪਾਣੀ ਰਸ ਜਾਣਾ ਵਿੱਚ, ਛੱਤਾਂ ਭਾਰੀਆਂ ਹੋ ਜਾਣੀਆਂ, ਗਿਰ ਜਾਣੀਆਂ। ਧਰਮਸ਼ਾਲਾ ਦੀ ਕੰਧ ਢਹਿ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਸਵੇਰੇ ਸੰਗਤ ਆਏਗੀ, ਲਖਮੀ ਦਾਸ ਸ੍ਰੀ ਚੰਦ ਕੰਧ ਬਣਾਓ। ਕੰਧ ਢਹਿ ਗਈ ਧਰਮਸ਼ਾਲਾ ਦੀ। ਮਹਾਰਾਜ ਸਿਆਲ ਦਾ ਮਹੀਨਾ ਹੈ, ਝੜੀ ਲੱਗੀ ਹੋਈ ਹੈ। ਹੁਣ ਨਹੀਂ ਲੱਗਦੀਆਂ ਝੜੀਆਂ, ਆਪਾਂ ਦੇਖੀਆਂ ਨੇ ਵੈਸੇ ਝੜੀਆਂ ਲੱਗਦੀਆਂ। ਇਹ ਗੱਲਾਂ ਬਣੀਆਂ ਹੋਈਆਂ ਸੀ, ਸਾਉਣ ਦੀ ਝੜੀ, ਨਾ ਕੋਠਾ ਛੱਡੇ ਨਾ ਕੜੀ, ਮਹੀਨਾ ਮਹੀਨਾ ਬਾਰਿਸ਼ ਪਈ ਜਾਣੀ, ਬਰੀਕ ਬਰੀਕ ਬਿਲਡਿੰਗਾਂ ਡਿੱਗ ਜਾਂਦੀਆਂ ਸੀ।
ਹੁਣ ਕਿਉਂ ਹਟ ਗਈਆਂ? ਅਸੀਂ ਸਿਆਣੇ ਜ਼ਿਆਦੇ ਹੋ ਗਏ ਤਾਂ ਕਰਕੇ। ਅਸੀਂ ਬਨਾਸਪਤੀ ਕੁਦਰਤ ਨਾਲ ਵੈਰ ਵਿੱਢਿਆ ਹੋਇਆ। ਮਸ਼ੀਨਰੀ ਆ ਗਈ ਨਾ, ਮਸ਼ੀਨਰੀ। ਕੀ ਬਾਹਰਲੇ ਦੇਸ਼ਾਂ 'ਚ ਮਸ਼ੀਨਰੀ ਨਹੀਂ ਹੈਗੀ? ਜਿਹੜਾ ਇੱਕ ਰੁੱਖ ਕੱਟਦਾ ਉਹਨੂੰ ਦੋ ਲਾਉਣੇ ਪੈਂਦੇ ਨੇ, ਨਹੀਂ ਤਾਂ ਉਹਨੂੰ ਸਜ਼ਾ ਲੱਗਦੀ ਵੀ ਰੁੱਖ ਕੱਟਿਆ ਕਿਵੇਂ। ਆਪਾਂ ਸੜਕ ਵਾਲੇ ਦੀ ਸੇਵਾ ਰਾਤ ਨੂੰ ਕਰ ਆਉਂਦੇ ਜਿੰਨਾ ਕੁ ਦਾ ਲੱਗ ਜਾਂਦਾ। ਅਸੀਂ ਸੁਖੀ ਨਹੀਂ ਹੋਏ, ਦੁਖੀ ਹੋਏ ਹਾਂ। ਕਿਉਂ? ਬਾਰਿਸ਼ਾਂ ਘਟ ਗਈਆਂ, ਆਪਾਂ ਬਨਾਸਪਤੀ ਕੱਟ ਦਿੱਤੀ ਧਰਤੀ। ਲక్ష్ਮੀ ਦਾਸ ਸ੍ਰੀ ਚੰਦ ਕਹਿੰਦੇ, ਮਹਾਰਾਜ ਮਹੀਨਾ ਸਿਆਲ ਦਾ, ਕਣੀਆਂ ਪੈ ਰਹੀਆਂ ਨੇ, ਝੜੀ ਲੱਗੀ ਹੈ, ਦਿਨ ਚੜ੍ਹੇ ਬਾਰਿਸ਼ ਹਟੇਗੀ, ਫਿਰ ਕੰਧ ਬਣ ਜਾਏਗੀ। ਮਹਾਰਾਜ ਪੁਰਖਾ ਕੰਧ ਗਿਰ ਗਈ ਧਰਮਸ਼ਾਲਾ ਦੀ, ਕਈ ਚੱਕ ਲਈ, ਕਮਰ ਕੱਸਾ ਮਾਰ ਲਿਆ। ਤਾਂ ਗੁਰੂ 'ਚ ਭੇਦ ਹੋਏਗਾ ਜਦੋਂ 100%। ਇਹ ਪਿੱਛੇ ਦੰਦ ਕੱਢਦੇ, ਅੱਗੇ ਆ ਕੇ ਨਮਸਕਾਰ ਕਰੀ ਜਾਂਦੇ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਜੜੋਂ ਹੀ ਮੁੜ ਕੇ ਹਰਾ ਹੋਣ ਦਾ ਚਾਂਸ ਹੀ ਨਹੀਂ ਹੁੰਦਾ ਕੋਈ ਵੀ। ਜਾਂ ਤਾਂ ਸਲਾਮ ਨਾ ਕਰੇ, ਜਾਂ ਜਵਾਬ ਨਾ ਕਰੇ, ਜਾਂ ਤਾਂ ਨਮਸਕਾਰ ਨਾ ਕਰੇ ਗੁਰੂ ਦੇ ਅੱਗੇ, ਅਤੇ ਜਾਂ ਫਿਰ ਕਿੰਤੂ ਪਰੰਤੂ ਨਾ ਕਰੇ, ਨਹੀਂ ਤਾਂ ਸਿੱਧਾ ਨਰਕਾਂ ਨੂੰ ਜਾਂਦਾ ਰਾਹ ਉਹਦਾ, ਕੋਈ ਨਹੀਂ ਡੱਕਦਾ ਉਹਨੂੰ। ਫਿਰ ਉਹ ਜਿੰਨੇ ਚਲਾਕ ਬਣਦੇ ਨੇ ਉਨੇ ਗੁਰੂ ਤੋਂ ਪਰਾਂ ਜਾਈ ਜਾਂਦੇ ਨੇ। ਇਹ ਤਾਂ ਚਲਾਕੀ ਛੱਡ ਕੇ ਫਿਰ ਰਹਿ ਕੇ ਹੁਕਮ 'ਚ ਜੀਵਨ ਬਣਦਾ। ਸਾਧ ਸੰਗਤ ਜੀ, ਭਾਈ ਲਹਿਣਾ ਜੀ ਲੈ ਕੇ ਕਈ ਕੰਧ ਬਣਾਉਣ ਲੱਗ ਗਏ। ਬਹੁਤ ਪਰਚੇ ਪਏ ਨੇ ਭਾਈ ਲਹਿਣਾ ਜੀ। ਤੁਰੇ ਜਾ ਰਹੇ ਨੇ, ਸੱਚੇ ਪਾਤਸ਼ਾਹ ਹੱਥ 'ਚ ਕੌਲ ਫੜਿਆ ਹੋਇਆ, ਕਟੋਰਾ। ਜਾਣ ਕੇ ਮਹਾਰਾਜ ਨਾਲੀ ਸਿੱਟ ਦਿੱਤਾ। ਬਹੁਤ ਪਾਣੀ ਗਲਿਆ ਸੜਿਆ ਜਾਂ ਵਿੱਚੋਂ ਬਦਬੂ ਆ ਰਹੀ ਹੈ। ਉਲਟਾ ਹੁੰਦਾ ਨਾ ਕੰਮ, ਰੱਬ ਦਾ ਰਸਤਾ ਦੁਨੀਆ ਤੋਂ ਉਲਟ ਹੁੰਦਾ। ਦੁਨੀਆ 'ਚ ਬਣਾਉਣ ਦੀ ਗੱਲ ਹੈ, ਰੱਬ ਵਾਲੇ ਪਾਸੇ ਗਵਾਉਣ ਦੀ ਗੱਲ ਹੈ। ਇੱਧਰ ਬਣਾ ਕੇ ਜੀਵਨ ਲੰਘਦਾ, ਇੱਧਰ ਗਵਾ ਕੇ ਜੀਵਨ ਬਣਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਦੇ ਆਇਆ ਹੀ ਨਹੀਂ ਭਗਤਾਂ ਤੇ ਸੰਸਾਰੀਆਂ ਦਾ ਆਪਸ ਵਿੱਚ ਜੋੜ। ਦੁਨੀਆ ਬਣਾਉਣਾ ਚਾਹੁੰਦੀ ਹੈ, ਰੱਬ ਦੇ ਭਗਤ ਗਵਾਉਣਾ ਚਾਹੁੰਦੇ ਨੇ। ਲੋਕ ਆਪਣੇ ਘਰਾਂ ਦੇ ਖਰੀਦ ਕੇ ਬੱਚਿਆਂ ਜਵਾਕਾਂ ਦੇ ਨਾਂ ਲਵਾ ਰਹੇ ਨੇ। ਮਹਾਂਪੁਰਸ਼ ਖਰੀਦ ਕੇ ਗੁਰੂ ਘਰ ਦੇ ਨਾਂ ਲਵਾ ਰਹੇ ਨੇ। ਉਲਟਾ ਨਹੀਂ ਕੰਮ। ਅਸੀਂ ਲੋਕਾਂ ਤੋਂ ਬੱਚਿਆਂ ਦੇ ਖੋ ਕੇ ਲੋਕਾਂ ਤੋਂ ਆਪਣੇ ਜਵਾਕਾਂ ਨੂੰ ਦਿੰਦੇ ਹਾਂ। ਇਹ ਫਿਰ ਦੂਜਿਆਂ ਵਾਸਤੇ ਲੰਗਰ ਲਾਉਂਦੇ ਨੇ। ਇੰਨਾ ਹੀ ਫਰਕ ਹੈ ਬਸ। ਉਹ ਨਾਲੀ ਸਿੱਟ ਦਿੱਤਾ ਗੁਰੂ ਅੰਗਦ ਦੇਵ ਜੀ ਨੇ। ਕਟੋਰਾ ਸੀ ਜਿਹੜਾ, ਕੌਲਾ ਸੀ। ਆ ਭਾਈ ਗੁਰੂ ਘਰ ਦਾ ਬਰਤਨ, ਇਹਨੂੰ ਕੱਢ ਲਓ। ਮਹਾਰਾਜ ਇੰਨੀ ਬਦਬੂ ਆ ਰਹੀ, ਸੜਿਆ ਗਲਿਆ ਪਾਣੀ ਹੈ। ਇਹੋ ਜਿਹੇ ਕਟੋਰੇ ਪਤਾ ਨਹੀਂ ਕਿੰਨੇ ਕੁ ਕਰਤਾਰਪੁਰ ਲੰਗਰ 'ਚ। ਭਾਈ ਲਹਿਣੇ ਵੱਲ ਦੇਖਿਆ, ਮਹਾਰਾਜ ਨੇ ਆਖਿਆ ਨਹੀਂ ਹੈ। ਸੇਵਕ ਕਾਹਦਾ? ਡੰਡੇ ਨਾਲ ਹਿੱਕ ਕੇ ਤਾਂ ਪਸ਼ੂ ਜਿੱਧਰ ਮਰਜ਼ੀ ਲੈ ਜਾਓ ਭਾਵੇਂ। ਸੇਵਕ ਨੂੰ ਤਾਂ ਇਸ਼ਾਰਾ ਹੀ ਬਹੁਤ ਹੁੰਦਾ। ਸਾਧ ਸੰਗਤ ਜੀ, ਵੇਖਿਆ ਭਾਈ ਲਹਿਣਾ ਜੀ ਵੱਲ, ਉਸੇ ਵੇਲੇ ਉਹ ਨਾਲੀ ਚਲੇ ਗਏ। ਚਿੱਕੜ 'ਚੋਂ ਕੱਢੇਗਾ ਜਿਹੜਾ ਆਪ ਚਿੱਕੜ 'ਚੋਂ ਨਿਕਲਿਆ ਹੋਇਆ। ਸਾਧ ਸੰਗਤ ਅਸੀਂ ਆਪ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਅਸੀਂ ਤਾਂ ਮੋਹ ਮਮਤਾ ਦੇ ਚਿੱਕੜ ਵਿੱਚ ਆਪ ਧਸੇ ਪਏ, ਦੂਜਿਆਂ ਨੂੰ ਕਿੱਥੋਂ ਕੱਢ ਦਾਂਗੇ। ਸਾਧ ਸੰਗਤ ਜੀ, ਅਤੇ ਕਿਸੇ ਗੜੇ ਹੋਏ ਨੂੰ ਉਹ ਕੱਢ ਸਕਦੇ ਜਿਹੜਾ ਆਪ ਬਾਹਰ ਖੜ੍ਹਾ ਹੈ। ਉਹਦੇ ਹੱਥ ਖਿੱਚ ਕੇ ਬਾਹਰ ਕੱਢ ਸਕਦਾ ਉਹ। ਅਤੇ ਚਿੱਕੜ 'ਚੋਂ ਕੱਢੇਗਾ ਜਿਹੜਾ ਆਪ ਨਿਕਲ ਗਿਆ ਚਿੱਕੜ ਦੇ ਵਿੱਚੋਂ। ਸਾਧ ਸੰਗਤ ਭਾਈ ਲਹਿਣੇ ਨੇ ਕਟੋਰਾ ਕੱਢ ਕੇ ਮਾਂਜ ਕੇ ਸਾਫ਼ ਕਰਕੇ ਮਹਾਰਾਜ ਦੇ ਹਸਤ ਕਮਲਾਂ 'ਚ ਫੜਾ ਦਿੱਤਾ।
नाले माता सुलक्खनी नूं भी कहंदे ने कल नूं सानूं दोष ना दिओ, फिर तेरे पुत्तर ने जिहड़े वो वचन नहीं मनदे। ये उन्होंने वस्तु मिलेगी जिहड़ा वचन मनेगा, हुक्म मनेगा। साध संग जी कसवटियाँ तो बहुत लगियां गुरु महाराज के उत्ते। फिर जद अखीरला परचा सी, गरीब नवाज सच्चे पातशाह ने कुतका हत्थ च फड़िया होया, कुतका अन्न घड़िया डंडा। सिखां नूं कहंदे ने ऐतकी तुसी आ फसल है जिहड़ी कणक दी, बड़ी मेहनत करो, वध तो वध करो कणक। सिखां ने बहुत मेहनत की, खलवाड़े लग गए कणक दे। ये बजुर्गों कोल गल्लां रह जाणगियां जिन्ना चिर बजुर्ग ने। खली की हुंदी है, खलवाड़े की हुंदे ने, कौन पुछया करेगा, कित्थों लभणगियां ये गल्लां। कणकां वढ के भरे बन के खलवाड़े ला दिते। महाराज कहंदे बहुत मेहनत कीती है सिखो, गुरसिखो, बहुत कणक होई है। हुण ऐं करो, अग ला दो इनू खलवाड़ियां नूं। हुण आपां की कहांगे भी इत्थे फर्क आया भी कोई खलवाड़ियां नूं भी अग लवाउंदा हुंदा। उल्टा काम करदे जाण के, उल्टा समझ नहीं आएगी ना। फिर अगे कहंदे सी भाई संगत करया करो, करतारपुर आया करो। हुण कहंदे प्रसादा बंद करो, इन्हां दा 8 पैरा मगरों दिया करो। वो तां जिहड़े साडे वर्गे वो तां खिसकण लग गए भी किहड़ा भुखा मरे, नाले कुतके खाए थे। ਜਿਹੜੇ फिर भी सेवा सिमरन वाले नहीं विच लगे हुए ने, होर परचे पैंदे आ। हुण अज महाराज ने लक दे दुआले रस्सा लपेट लिया, विच छुरा टंग लिया, कुत्तियां दीयां डोरां फड़ लियां। राजस्थान दे विच शिकारी नूं धानक कहंदे ने। आपां जिहड़े मंडियां च दाणे छाणदे ने उन्हां नूं कहंदे ना धानक। राजस्थान दे विच शिकारी नूं धानक कहंदे ने। हुण ये सच्चे पातशाह ने लिबास धार लिया। एक सवान, दोए सवानी नाल, एक कुत्ता ते 2 कुत्तियां। एक सवान दोए सवानी नाल, भलके भौके सदा ब्याल। ये साडे मन की हालत महाराज दसदे ने। साडे अंदर लोभ रूपी कुत्ता ते आसा तृष्णा रूपी 2 कुत्तियां हर वेले भौंकदियां रहिंदियां ने। रब ने सारा कुछ दिता है, फिर भी अंदर टौं टौं करी जांदियां ने। उत्थे जाना है, उत्थों लियाउणा है, इन्ना बन जाएगा, इन्ना लियावांगे। पंड बन के सिर ते लै जी जिन्ना इकट्ठा करी जाना। नंगे पिंडे तोड़ देणगे साईं, नंगे पैर खुले हथ। नांगे पावों ते गए जिनके लाख करोड़। ये उन्हां दे खजाने जमा हो रहे ने जिहड़े लाहा लै रहे ने। जिहड़ा एक दिंदा उहनूं 70 रब दिंदा, 70। ये परमात्मा दे घर दा कानून है। जिहड़ा एक दिंदा ना रब दे घर, उहनूं रब 70 दिंदा है। तुसीं कहोगे लिखिया किते, लिखिया भी वध घट हो सकता है, जिहड़ा प्रैक्टिकल होवे उह च वध घट नहीं हुंदा। तुसीं कणक दे एक दाणा बीजिया सी, रब ने किन्ने पाए सी उहदे च, गिणे कदे? जे एक दाणे ते एक सिट्टा लग्या किन्ने 40-50 तां होणगे ना। ते जे एक दाणे ते 2 लग गए फिर 100 नहीं होया। की तुसीं उहदे नाल हत्थां नाल पाए सी सिट्टे च, किसी मशीन नाल पाए सी? किन्ने पाए सी वो? फिर किवें परो के उन्हां दा मूँह उपर रखदा कणक दे दाणियां दा भी पक के ते थल्ले ना डिग जाने, तां उहनूं देने जिहने एक दाणा बीजिया। तू देख के तां देख। पर हुण असीं गुरु महाराज कहंदे ने भी दे दे मंगै सहसा गुणा,
100 ਦਿੰਦੇ रब तो ਲੱਖ ਮੰਗਦੇ ਆ, फिर कहने मेरा इत्थे लॉसमिट करो भी दान करिया इन्हें, दान नहीं करिया, हंकार करिया। कई थावें तो पत्थर भी लवा देंगे ने, हिलाओ पत्थर मेरा। मैं ज़्यादा मैं पढ़ा फिर मेरे माड़े जे अंदर थोड़ी जी असर जा हो जाएगा भी तेरा दान करिया ने तो इत्थे करना ही नहीं सी किसी ने। महाराज कहते लोभ रूपी कुत्ता ते आसा तृष्णा रूपी दो कुत्तियां तेरे अंदर हर वेले टौं टौं करदियां रहिंदियां, भौंकदियां रहिंदियां। एक सवान दोए सवाणी नाल भलके भौके सदा ब्याल, कूड़ शुरा मुठा मरदार धान करूप रहा करतार। मेरे करतार ने तानक दा रूप धारिया, मेरे करतार ने तानक दा रूप धारिया। मेरे करतार ने तानक दा रूप धारिया, मेरे करतार ने तानक दा रूप धारिया। जंगल नूं चल पे महाराज, संगतां प्रेम वालियां मगर मगर चलदियां, कुतका उलार उलार के पैंदे ने, जाओ चले जाओ तुसी मेरे तो की लैना है। जिहड़ा नेड़े आउंदा उहदे मारदे भी ने कुतका। बहुते तां चले गए, किहड़ा कुतके खाएगा हुण। जिहड़े मगर चले अगे आके फिर माया खिलार दित्ती महाराज ने, पैसे। बस यही आपां चाहिदा, गुरु तो आपां नूं होर की चाहिदा। बस माया इकट्ठी करके लैके मुड़ गए, बहुत सारे थोड़े जे रह गए। फिर मारे कहंदे जाओ, कहंदे कित्थे जाइए, साडा थां नहीं है कोई। अगां गए फिर मारने मोहरां चांदी दे रुपईए हीरे मोती खिलार दिते। फिर किन्ने अगां लंघना सी, चार रह गए बस। भाई घ्यो, भाई भगीरथ, बाबा बुढ़ा साहब ते भाई लैना, चार रह गए। मारे कहंदे तुसी नहीं गए, सब चले गए लैके बुचकियां गंढां बन के। कहंदे महाराज जिन्हां दा कोई थां सी आसरा सी वो तुर गए ने, साडा कोई थां आसरा नहीं है। साध संगत जी बेनती है, गुरु आसरा उहदा बनदा जिहदा कोई होर आसरा नहीं है। ते जिन्हां ने आसरे बड़े बनाए ने उन्हां दा गुरु आसरा नहीं बनदा। ये सिक्खा तेरे ते फैसला है, तू गुरु नूं आसरा बनाउणा कि मुसलमानां नूं धागियां वालिआं नूं आसरा बनाउणा, भूतां वालिआं नूं बनाउणा। आ कईआं ने गातरे भी बाहे ने, आ बांह दे उत्ते इक होर भी बन्नी फिरदे धागा, लकोया भी पता ना लगे। जिहड़े गुरु दा सिख है, गुरु नूं तां पता है दो बेड़ियां च चढ़िया डुੱਬ जाएगा, एक ते चढ़ीदा हुंदा। नाले गातरे च किरपान पाई फिरदा, धागे बन्नी फिरदा, नाले नहीं डुੱबेगा। फिर गुरु आसरा उन्हां दा बनदा जिन्हां ने होर कोई आसरा नहीं बनाया होया। कहंदे जाओ चले जाओ, कुतका लार लार के पैंदे ने महाराज। जिन्हां दा कोई थां सी, कोई आसरा सी, वो तुर गए। साडा कोई दुनिया ते आसरा नहीं है। कोई किसे दा कोई, साडा एक तू ही दातिया।
ਕਿਸੇ ਦਾ ਕਿਸੇ ਦਾ, ਸਾਡਾ ਇੱਕ ਤੂੰ ਹੀ ਦਾਤਿਆ। ਭਾਈ ਕੋਈ ਕਿਸੇ ਦਾ, ਕੋਈ ਕਿਸੇ ਦਾ ਕਿਸੇ ਦਾ, ਕਿਸੇ ਦਾ ਕੋਈ, ਸਾਡਾ ਇੱਕ ਤੂੰ ਹੀ। ਕੋਈ ਕਿਸੇ ਦਾ ਕਿਸੇ ਦਾ ਹੈ ਕੋਈ, ਸਾਡਾ ਇੱਕ ਤੂੰ ਹੀ ਦਾਤਿਆ। किसी कोई कोए मंज न मानी है, क्यों ना मरी जै रोए, जा लग चित न आवई। कहते महाराज साडा कोई आसरा नहीं है, अपनी माया नाल मुर्दा रच दिता गुरु नानक देव महाराज ने। कपड़ा पिया जंगल दे विच मुर्दा पिया, बहुत दूर तक उहदे विचों भैड़ी समैल आ रही है। महाराज कहते नहीं जाते, कहते महाराज कित्थे जाइए, कहते फिर आ खाओ मुर्दे नूं जे नहीं जाना। हुण जिहड़ा मुर्दा हो चुका वही खाएगा ना, जिहदे च अपनात हंगता नहीं रही है, गुरु दे हुक्म च मर जाना। जीवन मुक्त सुआखिया, मर जीवै मरिया। वो जिउंदा मुक्त होएगा जिहड़ा गुरु दे हुक्म च मर जाएगा, जिहदी अपनी मत खत्म, गुरु दी मत रह जाएगी। बस जिउंदा ही मुक्त, मर के मुक्ति नहीं मिलती किसी नूं। हुण देखिया मुर्दा कौन खाए, ओले हो गए सारे रुखां दे, एक रह गया लैना। तू खड़ा है पुरखा, जा चले जा, बाकी तू क्यों खड़ा है? महाराज मैं जान जोगा नहीं किते, मैनू तुहाडे चरनां तो बिना थां नहीं है। महाराज कहंदे जे तैनू थां नहीं लैणिया, थां मैनू भी नहीं मिली तेरे तो बगैर, मैं कित्थे जोड़ टकाउणी है। ते खा फिर मुर्दा। भाई लैना मुर्दे दे दुआले गेड़े कट्टन लग गया, खांदा नहीं, हुक्म नहीं होया महाराज किधरों खाना, सिर वाले पासों खा। जा चादर उठाई साध संगत जी, गुर प्रसाद, प्रसाद ते प्रसाद। बस ये पढ़ाउंदे ने, उदों कहंदे ने प्रसाद कहना है, प्रसाद नहीं कहना। ये नहीं पता प्रसाद है कि प्रसाद है, की पता लगता की है। हुण किहड़ा किसी ने सर्टिफिकेट देखना हुंदा। साध संगत जी जद पर्दा उठाया, धन गुरु नानक देव जी महाराज ने गल ना ला लिया। कहंदे हुण देर ना कर लैणिया, हुक्म आउण वाला है अकाल पुरख दा। जब पर्दा उठाया, वो हुक्म सी अकाल पुरख दा। छाती ना ला के जद मर दे अंग ना लग्या, लैणे तो अंगद बन गया। जिवें एक जगदे दीवे कोल दूजा बुझिया दीवा करी ना, उस वेले जग जांदा। दीवे तो दीवा जग गया। अपनी जोत गुरु नानक देव महाराज ने भाई लैणे दे हिरदे विच टका दिती।
ज्यों दीवे तो दीवा जी अंग परस के अंगद बनया। ज्यों दीवे तो दीवा अंग परस के अंगद बनया। ज्यों दीवे तो दीवा जी अंग परस के। ज्यों दीवे तो दीवा जी अंग परस के अंगद बन गया। दूसरा गुरु नानक संसार ते प्रगट हो गया। इत्थों विचार आपां कल नूं शुरू करांगे। दो दीवान संगत दे रह गए, कल दा ते परसों दा। इन्हां दीवानां दा प्रयोजन है संगतां नूं अमृत छकाउणा खंडे वाटे दा ते गुरु ग्रंथ ਸਾਹਿਬ महाराज नाल जोड़ना। ਜਿਹੜੇ ਅੰਮ੍ਰਿਤਧਾਰੀ ਮਾਈ ਭਾਈ ਨੇ ਉਹ ਸਤਿਕਾਰਯੋਗ, ਜਿਹੜੇ ਅਜੇ ਵਾਂਝੇ ਨੇ ਅੰਮ੍ਰਿਤ ਦੀ ਦਾਤ ਤੋਂ ਗੁਰੂ ਵਾਲੇ ਬਣੋ। ਨਗੁਰੇ ਪੁਣੇ ਦੀ ਜਊ ਜੂਠ ਲਾ ਕੇ ਆਪਣੇ ਜਨਮ ਸਫਲਾ ਕਰੋ। ਇੱਥੇ ਨਾਂ ਲਿਖਾਈ ਜਾਓ ਪ੍ਰਬੰਧਕਾਂ ਕੋਲ। ਪਰਸੋਂ ਨੂੰ 10 ਵਜੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਜਾਏਗਾ। ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਸੰਗਤ ਗੁਰੂ ਵਾਲੇ ਬਣ ਕੇ ਜਨਮ ਸਫਲਾ ਕਰੋ। ਰਹਿੰਦੇ ਦੋ ਦੀਵਾਨਾਂ ਵਿੱਚ ਇਸੇ ਤਰ੍ਹਾਂ ਆ ਕੇ ਹਾਜ਼ਰੀਆਂ ਭਰ ਕੇ ਲਾਹੇ ਲੈਣੇ ਹਨ। ਹੁਣ ਗੁਰੂ ਸਤੋਤਰ 'ਚ ਬੋਲੋ, ਫਿਰ ਆਨੰਦ ਸਾਹਿਬ ਦਾ ਪਾਠ, ਫਿਰ ਅਰਦਾਸ, ਹੁਕਮਨਾਮਾ ਸਾਹਿਬ ਸਰਵਣ ਕਰਕੇ ਦੇਗ ਵਰਤਨ ਤੋਂ ਬਾਅਦ ਮਾਈਆਂ ਸੋਚ ਸੋਚ ਕੇ ਉੱਠਦੀਆਂ ਵੀ ਦੋ ਕੁ ਤਾਂ ਦੇਗ ਵਰਤਾਉਣ ਵਾਸਤੇ ਉੱਠ ਖੜੀਆਂ। ਆਪਾਂ ਉੱਠੀਏ ਕਿ ਨਾ ਉੱਠੀਏ? ਇਹ ਸੇਵਾ ਹੈ, ਜਿਹੜਾ ਕਰੇਗਾ ਉਹਨੂੰ ਮਿਲਦੀ ਹੁੰਦੀ ਹੈ। ਜਿੰਨੀ ਕੁ ਕਰ ਲੇਗਾ ਤਾਂ ਲੁੱਟ ਪਈ ਹੋਈ ਹੈ, ਲੁੱਟ। ਜਿੰਨੀ ਕਰ ਲੇਗਾ ਆਪਣੇ ਘਰ ਲੈ ਜਾਣੀ, ਇੱਥੇ ਗੁਰੂ ਵਾਸਤੇ ਨਹੀਂ ਕਰਨੀ ਆਪਾਂ। ਗੁਰੂ ਵੀ ਇੰਨਾ ਇਨਸਾਫ ਕਰਦਾ, ਇੱਕ ਤਿਲ ਜਿੰਨੀ ਕੀਤੀ ਘਾਲਣਾ ਵੀ ਨਹੀਂ ਜਾਣ ਦਿੰਦਾ। ਇੱਕ ਤਿਲ ਜਿੰਨੀ ਦਾ ਵੀ ਮਹਾਤਮ ਦਿੰਦਾ ਹੈ। ਜਿੰਨਾ ਲਾਹ ਲਿਆ ਜਾ ਉਨਾ ਹੀ ਥੋੜ੍ਹਾ ਭਾਈ। ਹੁਣ ਸਾਰੇ ਗੁਰੂ ਸਤੋਤਰ 'ਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ।
ਧਨ ਹੈ ਧਨ ਹੈ ਧਨ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਜੀ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਬਦੋ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਮਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਮਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਪੰਚਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਆਨੰਦ ਸੁਣੋ ਵੱਡ ਭਾਗਿਓ, ਸਕਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਸੰਤ ਸਾਜਨ ਪੈ ਸਰ ਤੇ ਪੂਰੇ, ਗੁਰ ਤੇ ਜਾਣੀ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ